ਆਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾੜ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਮੁਖ ਉਚ ਰਹਿ ਸ਼ਾਸਤਰ ਖਟ ਇੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ ਖਗ ਖੰਡ ਬਿਹੰਡੰ ਖਲ ਦਲ ਖੰਡੰ ਆਤਰਣ ਮੰਡੰ ਭਰ ਬੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲ ਬਿਖ ਹਰਣੰ ਆਸ ਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗੰ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ ਸੈਬ ਸरोही सहथी यह हमारे पीर तीर तू ही सहथी तू ही तबर तरवार
तिहारो जो जपै पहे सिंध भव पार। कहा बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप लेहो तुम कथा सुधारी। हम न सकत कर सिफत तुम्हारी आप लेहो तुम कथा सुधारी। सतनाम श्री वाहिगुरु साहिब जी। आसा महला पंजवा। प्रभ की प्रीत सदा सुख होए। प्रभ की प्रीत दुख लगे ना कोई। प्रभ की प्रीत हमें मल खोए। प्रभ की प्रीत सन निर्मल होए। प्रभ की प्रीत सदा सुख होए। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निदान गुरु गरीब नवाज कलयुग के तारणहारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दे पावन पवित्र हजूरी अंदर जुड़ बैठे गुरु खालसा साध संगत जीओ। सतगुरु जी की महान बख्शिश का सदका ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਅੱਜ ਸਾਧ ਸੰਗਤ ਜੀ ਹੋਲੇ ਮਹੱਲੇ ਦਾ ਪਾਵਨ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ, ਕਿਉਂਕਿ ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜੂਰ ਨੇ ਜੋ ਖਾਲਸੇ ਨੂੰ ਵਿਰਾਸਤ ਬਖਸ਼ਿਸ਼ ਕੀਤੀ ਹੈ, ਜਿੱਥੇ ਹੋਰ ਪੁਰਬ ਖਾਲਸੇ ਪੰਥ ਦੇ ਵਿੱਚ ਮਿਲ ਕਰਕੇ ਬੜੀ ਇਕੱਤਰਤਾ ਨਾਲ ਬੜੇ ਪਿਆਰ ਤੇ ਉਤਸ਼ਾਹ ਚਾਵਾਂ ਦੇ ਨਾਲ ਮਨਾਏ ਜਾਂਦੇ ਹੈ। ਜਿਵੇਂ ਦੁਸਹਿਰੇ ਦਾ ਪੁਰਬ ਔਰ ਇਸੇ ਤਰ੍ਹਾਂ ਖਾਲਸੇ ਦਾ ਵਿਸਾਖੀ ਦਾ ਪੁਰਬ ਹੁੰਦਾ, ਦੀਵਾਲੀ ਦਾ ਪੁਰਬ श्री हरमंदर साहिब सचखंड श्री हरमंदर साहिब श्री ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ बड़े उत्साह प्यार ਦੇ ਨਾਲ ਮਨਾਇਆ ਜਾਂਦਾ ਹੈ। ਵੈਸਾਖੀ ਦਾ ਪੁਰਬ ਦਮਦਮਾ ਸਾਹਿਬ ਗੁਰੂ ਕੀ ਕਾਂਛੀ ਬਠਿੰਡੇ ਵਿੱਚ ਖਾਲਸੇ ਨੇ ਸਾਧ ਸੰਗਤ ਜੀ ਬੜੇ ਪਿਆਰ ਤੇ ਇਕੱਤਰਤਾ ਸਹਿਤ ਹੋ ਕਰਕੇ ਮਨਾਉਂਦੇ ਹੈ। ਔਰ ਇਸੇ ਪ੍ਰਕਾਰ ਦੁਸਹਿਰੇ ਦਾ ਪੁਰਬ ਇਸ ਨਾਂਦੇੜ ਦੀ ਧਰਤੀ ਤੇ ਹਜੂਰ ਸਾਹਿਬ ਵਿਖੇ ਖਾਲਸਾ ਮਿਲ ਕਰਕੇ ਮਨਾਉਂਦਾ ਹੈ। ਇਹ ਜੋ ਪੁਰਬ ਨਿਯਤ ਕੀਤੇ ਹੋਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਖਾਲਸੇ ਦੀ ਵਿਰਾਸਤ ਹੈ,
ਖਾਲਸੇ ਪੰਥ ਦਾ ਵਿਰਸਾ ਹੈ, ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਕਿਤੇ ਭੁੱਲ ਨਾ ਜਾਵੇ। ਇਸੇ ਤਰ੍ਹਾਂ ਹੋਲੇ ਮਹੱਲੇ ਦਾ ਪੁਰਬ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਮਨਾਉਂਦਾ ਹੈ। ਅੱਜ ਭਾਵੇਂ ਨਾਸਤਿਕ ਲੋਕ ਇਹਦੇ ਤੇ ਸ਼ੰਕਾ ਕਰ ਰਹੇ ਨੇ ਕਿ ਇਹ ਤਾਂ ਹਿੰਦੂ ਮਤ ਦੇ ਮਹੱਲੇ ਪੁਰਬ ਹੈ, ਇਹ ਖਾਲਸੇ ਪੰਥ ਦੇ ਅੰਦਰ ਇਹਨਾਂ ਨੂੰ ਮਨਾਉਣਾ ਨਹੀਂ ਚਾਹੀਦਾ। ਜਿਵੇਂ ਕਿ ਹੋਲੇ ਮਹੱਲੇ ਦਾ ਪੁਰਬ ਹੈ ਜਾਂ ਫਿਰ ਦੁਸਹਿਰੇ ਦਾ ਪੁਰਬ ਹੈ, ਦੀਵਾਲੀ ਦਾ ਪੁਰਬ ਹੈ, ਇਹਨਾਂ ਨੂੰ ਸਾਧ ਸੰਗਤ ਜੀ ਹਿੰਦੂ ਮਤ ਦੇ ਨਾਲ ਜੋੜ ਕਰਕੇ ਤੇ ਸ਼ਰਧਾ ਤੋਂ ਹੀਣੀ ਕਰਕੇ ਵਿਰਾਸਤ ਦੇ ਨਾਲ ਤੋੜਿਆ ਜਾ ਰਿਹਾ ਹੈ। ਜੋ ਮਨੁੱਖ ਆਪਣੇ ਪੁਰਬਿਆਂ ਦਾ ਪੁਰਖਿਆਂ ਦਾ ਇਤਿਹਾਸ ਭੁੱਲ ਜਾਂਦੇ ਆ, ਆਪਣੀ ਵਿਰਾਸਤ ਨੂੰ ਭੁਲਾ ਦਿੰਦੇ ਹਨ, ਉਹ ਕੌਮਾਂ ਬਹੁਤਾ ਸਮਾਂ ਨਹੀਂ ਸੰਸਾਰ ਦੇ ਅੰਦਰ ਜਿਉਂਦੀਆਂ ਰਹਿ ਸਕਦੀਆਂ। ਜੋ ਉਹਨਾਂ ਦੇ ਪੁਰਖਿਆਂ ਦੇ ਪਾਏ ਹੋਏ ਪੂਰਨੇ ਉਹਨਾਂ ਦੇ ਅਨੁਸਾਰ ਜੀਵਨ ਢਾਲਣਾ, ਉਸ ਇਤਿਹਾਸ ਤੋਂ ਸੇਧ ਲੈ ਕੇ ਜੀਵਨ ਆਪਣਾ ਬਤੀਤ ਕਰਨਾ, ਜੀਵਨ ਉੱਚਾ ਸੁੱਚਾ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਿਖਾਇਆ, ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ ਜੋ ਵਿਰਾਸਤ ਬਖਸ਼ਿਸ਼ ਕੀਤੀ ਹੈ, ਉਹਦੇ ਅਨੁਸਾਰ ਆਪਣਾ ਜੋ ਜੀਵਨ ਢਾਲਣਾ ਹੈ। ਸਾਧ ਸੰਗਤ ਜੀ, ਇਹ ਜਾਣੋ ਕਿ ਇੱਕ ਕੌਮ ਦਾ ਮੂਲ ਹੁੰਦਾ ਹੈ, ਮੁੱਢ ਹੁੰਦਾ ਹੈ, ਜਿਹੜਾ ਵਿਰਾਸਤ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਕਰਕੇ ਰੱਖਣਾ, ਯਾਦ ਰੱਖਣਾ, ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਚੇਤੇ ਰੱਖਣਾ ਹੈ। ਤੇ ਜੋ ਇਤਿਹਾਸ ਨੂੰ ਕੌਮਾਂ ਭੁਲਾ ਦਿੰਦੀਆਂ, ਉਹ ਬਹੁਤਾ ਸਮਾਂ ਨਹੀਂ ਸੰਸਾਰ ਦੇ ਵਿੱਚ ਜਿਉਂਦੀਆਂ ਰਹਿ ਸਕਦੀਆਂ। ਤੇ ਗਰੀਬ ਨਵਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ ਹੋਲੇ ਮਹੱਲੇ ਦੇ ਪਾਵਨ ਪੁਰਬ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਖਾਲਸੇ ਸਿੰਘਾਂ ਦੇ ਸਿੱਧ ਹੋ ਕਰਕੇ ਮਹੱਲਾ ਖੇਡਣਾ ਕੀਤਾ ਹੈ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਮੇਂ ਕਿੰਨੇ ਦਿਨ ਪਹਿਲਾਂ ਹੀ ਦੀਵਾਨ ਸਜ ਜਾਂਦਾ। ਦੂਰੋਂ ਦੂਰੋਂ ਸਿੱਖ ਸੰਗਤਾਂ ਬੜੇ ਚਾਅ ਤੇ ਉਤਸ਼ਾਹਾਂ ਦੇ ਨਾਲ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਉਂਦੀਆਂ। ਜਿਵੇਂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਦੀ ਪ੍ਰਾਪਤੀ ਕਰਨੀ, ਹੋਰ ਵੀ ਭਾਵੇਂ ਸੰਗਤਾਂ ਚੱਲ ਕੇ ਆਉਂਦੀਆਂ, ਹੋਰ ਦਿਨਾਂ ਦਿਹਾੜਿਆਂ ਦੇ ਵਿੱਚ ਭਾਵੇਂ ਸੰਗਤਾਂ ਦੀ ਇਕੱਤਰਤਾ ਹੁੰਦੀ, ਪਰ ਇਹਨਾਂ ਪੁਰਬਾਂ ਦੇ ਅੰਦਰ ਵਿਸ਼ੇਸ਼ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਉਤਸ਼ਾਹ ਬਣਿਆ ਹੁੰਦਾ, ਹਿਰਦਿਆਂ ਅੰਦਰ ਪਿਆਰ ਤੇ ਭਾਵਨਾ ਹੁੰਦੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਅਸਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਮਨਾਂ ਵਿੱਚ ਬੜਾ ਚਾਅ ਤੇ ਪਿਆਰ ਹੁੰਦਾ, ਖਾਲਸੇ ਦੀ ਇਕੱਤਰਤਾ ਹੁੰਦੀ, ਬਹੁਤਾਤ ਵਿੱਚ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਨੇ ਚੱਲ ਕੇ ਆਉਣਾ। ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਸ਼ੇਸ਼ ਕਰਕੇ ਦੀਵਾਨ ਸਜਿਆ ਕਰਦਾ। ਔਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੇ ਕਥਨ ਅਨੁਸਾਰ ਤੇ ਭਾਈ ਨੰਦ ਲਾਲ ਸਿੰਘ ਜੀ ਦੇ ਕਥਨ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਇਸ ਮਹੱਲੇ ਦੇ ਪੁਰਬ ਵਾਲੇ ਦਿਨ ਮਹਾਰਾਜ ਸਾਹਿਬ ਜੀ ਆਪ ਸਿੰਘਾਂ ਦੇ ਸਿੱਧ ਹੋ ਕਰਕੇ ਹੋਲਾ ਮਹੱਲਾ ਮਨਾਉਂਦੇ ਆ, ਮਹਾਰਾਜ ਸੱਚੇ ਪਾਤਸ਼ਾਹ। ਪਰ ਸਾਧ ਸੰਗਤ ਜੀ, ਜਿਹੜੇ ਸੰਸਾਰ ਦੇ ਲੋਕ ਹੋਲੀ ਮਨਾਉਂਦੇ ਆ ਨਾ, ਉਹ ਤਾਂ ਰੰਗ ਪਾ ਕੇ ਇੱਕ ਦੂਜੇ ਨੂੰ ਹਾਸੇ ਮਖੌਲ ਕਰਦੇ, ਠੱਠੇ ਕਰਦੇ ਆ, ਗਾਲੀ ਗਲੋਚ ਕਰਦੇ, ਗਾਲਾਂ ਕੱਢਦੇ ਆ, ਅਜੋਗ ਲਫ਼ਜ਼ ਬੋਲਦੇ ਹਨ। ਪਰ ਜੋ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ ਵਿਰਾਸਤ ਬਖਸ਼ਿਸ਼ ਕੀਤੀ ਹੈ, ਉਹ ਸੰਸਾਰ ਦੀ ਰੀਤੀ ਦੇ ਨਾਲੋਂ ਬਹੁਤ ਨਿਵੇਕਲੀ ਹੈ। ਸੰਸਾਰ ਦੀ ਰੀਤੀ ਮਰਜ਼ਾਦਾ ਦੇ ਨਾਲੋਂ ਬਹੁਤ ਜ਼ਿਆਦਾ ਵੱਖਰੀ ਹੈ। ਗਹੁ ਦੇ ਨਾਲ ਵਿਚਾਰ ਕਰਕੇ ਦੇਖਿਆ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਇਸ ਪੁਰਬ ਤੋਂ ਪਹਿਲਾਂ ਕਿੰਨੇ ਦਿਨ ਜੋ ਦੀਵਾਨ ਸਜਦਾ, ਇਹਨਾਂ ਦੇ ਵਿੱਚ ਸਿੰਘਾਂ ਦੇ ਜਥੇ ਬਣਾ ਕਰਕੇ ਦੋ ਜਥੇ ਬਣਾ ਕੇ ਜਿਵੇਂ ਦੁਸ਼ਮਣਾਂ ਦੇ ਨਾਲ ਜੰਗ ਕਰੀਦਾ, ਇੱਦਾਂ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਇਆ ਕਰਦੇ ਸਨ। ਮਹਾਰਾਜ ਸਾਹਿਬ ਜੀ ਜਿੱਥੇ ਆਪ ਵੀ ਸ਼ਸਤਰ ਵਿਦਿਆ ਦਾ ਬਹੁਤ ਜ਼ਿਆਦਾ ਨਿਤਾ ਪ੍ਰਤੀ ਅਭਿਆਸ ਕਰਦੇ, ਉੱਥੇ ਖਾਲਸੇ ਨੂੰ ਮਹਾਰਾਜ ਸਾਹਿਬ ਜੀ ਪ੍ਰੇਰਿਤ ਕਰਦੇ ਕਿ ਹਰ ਰੋਜ਼ ਨਿਤਾ ਪ੍ਰਤੀ
ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਹੈ। ਕਿਉਂਕਿ ਸਾਧ ਸੰਗਤ ਜੀ, ਇਕੱਲਾ ਸ਼ਸਤਰ ਨੂੰ ਧਾਰਨ ਕਰਨ ਦੇ ਨਾਲ ਹੀ ਦੁਸ਼ਮਣ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਸ਼ਸਤਰ ਵਿਦਿਆ ਸਿੱਖਣੀ ਵੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ। ਜੇ ਪਤਾ ਹੀ ਨਹੀਂ ਕਿ ਸ਼ਸਤਰ ਨੂੰ ਕਿਵੇਂ ਚਲਾਉਣਾ ਹੈ ਤੇ ਪਹਿਨਿਆ ਹੋਇਆ ਸ਼ਸਤਰ ਧਾਰਨ ਕੀਤਾ ਹੋਇਆ ਭਲਾ ਕਿਸ ਕੰਮ ਹੈ, ਤਾਂ ਹੀ ਫਾਇਦਾ ਹੋਵੇਗਾ ਨਾ। ਜੇ ਦੁਸ਼ਮਣ ਚੜ੍ਹ ਕਰਕੇ ਆਇਆ, ਸਾਡੀ ਪੱਦ ਨੂੰ ਹੱਥ ਪਾਉਂਦਾ, ਇੱਜ਼ਤ ਨੂੰ ਹੱਥ ਪਾਉਂਦਾ ਤੇ ਡਟ ਕਰਕੇ ਉਹਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਜੇ ਪਤਾ ਹੀ ਨਹੀਂ ਕਿ ਸ੍ਰੀ ਸਾਹਿਬ ਕਿਰਪਾਨ ਨੂੰ ਕਿਵੇਂ ਚਲਾਉਣਾ, ਕਿਵੇਂ ਦੁਸ਼ਮਣ ਦੇ ਉੱਪਰ ਵਾਰ ਕਰਨਾ, ਦੁਸ਼ਮਣ ਦੇ ਕੀਤੇ ਹੋਏ ਵਾਰ ਨੂੰ ਕਿਵੇਂ ਆਪਣਾ ਬਚਾਓ ਕਰਨਾ, ਜੇ ਪਤਾ ਹੀ ਨਹੀਂ ਕਿ ਸ਼ਸਤਰ ਵਿਦਿਆ ਕੀ ਹੁੰਦੀ ਹੈ, ਕਿਵੇਂ ਸ਼ਸਤਰ ਦਾ ਵਾਰ ਕਰੀਦਾ, ਕਿਵੇਂ ਆਪਣਾ ਬਚਾਅ ਕਰੀਦਾ, ਤੇ ਉਹ ਸ਼ਸਤਰ ਦਾ ਧਾਰਨ ਕੀਤੇ ਹੋਏ ਦਾ ਵੀ ਸਾਧ ਸੰਗਤ ਜੀ ਬਹੁਤਾ ਲਾਭ ਨਹੀਂ ਪ੍ਰਾਪਤ ਹੋ ਸਕਦਾ। ਫਾਇਦਾ ਤੇ ਤਾਂ ਹੀ ਹੈ ਨਾ, ਲਾਭ ਤਾਂ ਹੀ ਹੋਵੇਗਾ ਨਾ ਜੇ ਦੁਸ਼ਮਣ ਦਾ ਮੁਕਾਬਲਾ ਹੋਵੇਗਾ। ਇਸ ਕਰਕੇ ਵਿਸ਼ੇਸ਼ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਿੰਘਾਂ ਦੇ ਜਥੇ ਬਣਾ ਕਰਕੇ ਜਿਵੇਂ ਦੁਸ਼ਮਣਾਂ ਦੇ ਨਾਲ ਰਣ ਤੱਤੇ ਵਿੱਚ ਜੰਗ ਲੜੀਦਾ, ਮੈਦਾਨੇ ਜੰਗ ਦੇ ਵਿੱਚ ਘਮਾਸਾਨ ਦਾ ਯੁੱਧ ਹੁੰਦਾ, ਇੱਦਾਂ ਮਹਾਰਾਜ ਸਾਹਿਬ ਜੀ ਸਿੰਘਾਂ ਦੇ ਦੋ ਜਥੇ ਬਣਾ ਕਰਕੇ ਉਹਨਾਂ ਦਾ ਅਭਿਆਸ ਕਰਵਾਇਆ ਕਰਦੇ ਕਿ ਕਿਤੇ ਖਾਲਸੇ ਸਿੰਘ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਹੀ ਨਾ ਭੁੱਲ ਜਾਣ, ਆਪਣੀ ਵਿਰਾਸਤ ਤੋਂ ਕਿਤੇ ਲਾਂਭੇ ਨਾ ਚਲੇ ਜਾਣ। ਇਸੇ ਤਰ੍ਹਾਂ ਦੁਸਹਿਰੇ ਦੇ ਪੁਰਬ 'ਤੇ ਵੀ ਸਾਧ ਸੰਗਤ ਜੀ ਜੋ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਸ਼ਸਤਰ ਨਾਮ ਮਾਲਾ ਆਦਿਕ ਦਸਮ ਬਾਣੀ ਦੀਆਂ ਗੁਰਬਾਣੀ ਦਾ ਜਾਪ ਕਰਨਾ, ਸ਼ਸਤਰਾਂ ਦੀ ਪੂਜਾ ਕਰਨੀ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸ਼ਸਤਰਾਂ ਨੂੰ ਆਪਣੇ ਪੀਰ ਕਿਹਾ ਹੈ ਗੁਰਬਾਣੀ ਅੰਦਰ। ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਬਚਨ ਹਨ, ਆਸ ਕਿਰਪਾਨ ਖੰਡੋ ਖੜਗ ਤੁਬ ਕਤਾਬਰ ਅਰ ਤੀਰ, ਸਹਿਬ ਸਰੋਹੀ ਸਹਿਥੀ ਜਹ ਹਮਾਰੇ ਪੀਰ। ਕਹਿੰਦੇ ਸਾਡੇ ਗੁਰੂ ਹਨ। ਸ਼ਸਤਰ ਤੋਂ ਬਿਨਾਂ ਸਾਧ ਸੰਗਤ ਜੀ ਰਾਜ ਭਾਗ ਵੀ ਕਦੇ ਕਾਇਮ ਨਹੀਂ, ਬਰਕਰਾਰ ਨਹੀਂ ਰਹਿ ਸਕਦਾ। ਸ਼ਸਤਰ ਜੀਵਨ ਦੇ ਵਿੱਚ ਧਾਰਨ ਕਰਨਾ, ਸ਼ਸਤਰ ਧਾਰੀ ਹੋ ਕਰਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਇਹਦਾ ਬਹੁਤ ਵੱਡਾ ਲਾਭ ਹੈ। ਜਿੱਥੇ ਸ਼ਸਤਰ ਨਾ ਧਾਰਨ ਕਰਨ ਦਾ ਨੁਕਸਾਨ ਹੈ, ਹਾਨੀ ਹੈ, ਘਾਟਾ ਹੀ ਘਾਟਾ ਹੈ, ਪਦ ਇੱਜ਼ਤ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ, ਉੱਥੇ ਸ਼ਸਤਰ ਵਿਦਿਆ ਨੂੰ ਧਾਰਨ ਕਰਨੇ ਦੇ ਬਹੁਤ ਵੱਡੇ ਲਾਭ ਹਨ। ਕਿਉਂਕਿ ਅੱਜ ਇਹ ਬੜਾ ਪ੍ਰਚਾਰ ਕੀਤਾ ਜਾਂਦਾ ਜੀ, ਸ਼ਸਤਰ ਧਾਰਨ ਕਰਨ ਦੇ ਨਾਲ ਦੇਸ਼ ਦੇ ਵਿੱਚ ਅਮਨ ਐਮਾਨ ਕਾਇਮ ਨਹੀਂ ਰਹਿ ਸਕਦਾ। ਇਹਦੇ ਨਾਲ ਫਤੂਰ ਉੱਡਦਾ ਹੈ ਸ਼ਸਤਰ ਧਾਰਨ ਕਰਨ ਦੇ ਨਾਲ। ਤੇ ਜਾਂ ਫਿਰ ਆਉਣ ਵਾਲੇ ਜਿਹੜਾ ਹੁਣ ਸਮਾਂ ਹੈ, ਜਿਹੜਾ ਯੁੱਗ ਹੈ, ਇਹ ਕਿਰਪਾਨਾਂ ਤਲਵਾਰਾਂ ਨੂੰ ਧਾਰਨ ਕਰਨ ਦਾ ਯੁੱਗ ਨਹੀਂ ਹੈ। ਹੋਰ ਵੀ ਬਹੁਤ ਸਾਰੇ ਸ਼ਸਤਰ ਆ ਗਏ ਨੇ, ਪਰ ਜਿੱਥੇ ਸਾਧ ਸੰਗਤ ਜੀ ਕਿਰਪਾਨ ਦਾ ਵਾਰ ਹੋ ਜਾਣਾ, ਤੀਰ ਦਾ ਵਾਰ ਹੋ ਜਾਣਾ, ਨੇਜੇ ਦਾ ਵਾਰ ਹੋ ਜਾਣਾ, ਉੱਥੇ ਹੋਰ ਕੋਈ ਸ਼ਸਤਰ ਨਹੀਂ ਕੰਮ ਕਰ ਸਕਦਾ। ਇਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਦਾਤ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਆਪਣੇ ਖਾਲਸੇ ਨੂੰ ਵਿਰਾਸਤ ਹੈ। ਜਿੱਥੇ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਇਹ ਮਹਾਰਾਜ ਸਾਹਿਬ ਜੀ ਨੇ ਮੁੱਢਲੀ ਵਿਦਿਆ ਸਿਖਾਉਣਾ ਕੀਤੀ ਆਪਣੇ ਖਾਲਸੇ ਨੂੰ। ਤੇ ਸਾਧ ਸੰਗਤ ਜੀ ਸਵੈ ਰੱਖਿਆ ਤੇ ਗਊ ਗਰੀਬ ਦੀ ਰੱਖਿਆ ਕਰਨ ਦੇ ਵਾਸਤੇ, ਧਰਮ ਦੀ ਰੱਖਿਆ ਕਰਨ ਦੇ ਵਾਸਤੇ, ਇੱਜ਼ਤਾਂ ਨੂੰ ਬਰਕਰਾਰ ਰੱਖਣ ਦੇ ਵਾਸਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਸ਼ਸਤਰਧਾਰੀ ਸੂਰਬੀਰ ਯੋਧੇ ਬਣਾਉਣਾ ਕੀਤਾ ਹੈ। ਕਿਉਂਕਿ ਸਮੇਂ ਦੇ ਹਾਲਾਤ ਕੁਝ ਅਜਿਹੇ ਸਨ ਕਿ ਜਬਰਨ ਸਾਧ ਸੰਗਤ ਜੀ ਗਰੀਬਾਂ ਨੂੰ ਕੁਚਲਿਆ ਜਾਂਦਾ ਸੀ, ਅਤਿਆਚਾਰ ਕੀਤੇ ਜਾਂਦੇ ਸਨ। ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ ਸੀ ਉਹ ਗਰੀਬਾਂ ਦੀਆਂ ਪਦ ਇੱਜ਼ਤਾਂ ਰੋੜਦੇ ਸਨ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਇਸੇ ਕਰਕੇ ਆਪਣੇ ਖਾਲਸੇ ਨੂੰ ਇਹ ਵਿਰਾਸਤ ਬਖਸ਼ਿਸ਼ ਕੀਤੀ ਹੈ। ਕਿਉਂਕਿ ਜੋ ਮਹਾਰਾਜ ਸਾਹਿਬ ਜੀ ਦੇ ਕਹੇ ਹੋਏ ਪਾਵਨ ਬਚਨ ਹਨ ਕਿ ਉਹ ਅਸਲ ਖਾਲਸਾ ਹੈ ਜਿਹੜਾ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਹੈ, ਘੋੜਸਵਾਰੀ ਕਰਦਾ ਹੈ। ਫਿਰ ਖਾਲਸਾ ਸੋ ਜੋ ਨਿਰਧਨ ਕੋ ਪਾਲੈ, ਗਊ ਗਰੀਬ ਦੀ ਰੱਖਿਆ ਕਰਨੀ। ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਖਾਲਸਾ ਹੈ। ਖਾਲਸਾ ਸੋ ਜੋ ਦੁਸ਼ਟ ਕੋ ਘਾਲੈ,
ਜਿਹੜਾ ਦੁਸ਼ਟਤਾਈਆਂ ਕਰਦਾ ਹੈ, ਫਤੂਰ ਉਡਾਉਂਦਾ ਹੈ, ਅਕਾਰਨ ਹੀ ਐਵੇਂ ਸੰਸਾਰ ਦੇ ਅੰਦਰ ਗਰੀਬਾਂ ਦੇ ਉੱਪਰ ਅਤਿਆਚਾਰ ਕਰਦਾ ਹੈ, ਉਸ ਗਊ ਗਰੀਬ ਦੀ ਰੱਖਿਆ ਕਰਨੀ ਮਹਾਰਾਜ ਕਹਿੰਦੇ ਖਾਲਸੇ ਦਾ ਧਰਮ ਹੈ। ਗਊ ਗਰੀਬ ਦੀ ਇੱਜ਼ਤ ਤਾਂ ਹੀ ਹੋਵੇਗੀ ਨਾ, ਰੱਖਿਆ ਹੋਵੇਗੀ, ਇੱਜ਼ਤਾਂ ਬਰਕਰਾਰ ਤਾਂ ਹੀ ਰਹਿਣਗੀਆਂ ਜੇ ਖਾਲਸੇ ਕੋਲ ਸ਼ਸਤਰ ਹੋਣਗੇ, ਸ਼ਸਤਰਧਾਰੀ ਹੋਵੇਗਾ, ਸ਼ਸਤਰ ਧਾਰਨ ਕਰਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਹੋਵੇਗਾ, ਤਾਂ ਹੀ ਸਾਧ ਸੰਗਤ ਜੀ ਗਊ ਗਰੀਬ ਦੀ ਰੱਖਿਆ ਕੀਤੀ ਜਾ ਸਕਦੀ ਹੈ। ਜੇ ਸ਼ਸਤਰ ਹੀ ਧਾਰਨ ਨਾ ਕੀਤਾ ਹੋਵੇ, ਜੇ ਧਾਰਨ ਕੀਤਾ ਉਹਦਾ ਅਭਿਆਸ ਨਾ ਕਰਦਾ ਹੋਵੇ, ਤੇ ਫਿਰ ਤਾਂ ਆਪਣੇ ਵੀ ਰੱਖਿਆ ਨਹੀਂ ਕੀਤੀ ਜਾ ਸਕਦੀ। ਦੂਜੇ ਦੀ ਰੱਖਿਆ ਕਿੱਥੋਂ ਕਰ ਲੈਣੀ ਹੈ, ਕਿਸੇ ਦੀ ਪਰਵਰਿਸ਼ ਰੱਖਿਆ ਕਿਵੇਂ ਕਰ ਲੈਣੀ, ਕਿਸੇ ਨੂੰ ਕਿਵੇਂ ਬਚਾ ਲੈਣਾ। ਸਭ ਤੋਂ ਪਹਿਲਾਂ ਤਾਂ ਸਵੈ ਰੱਖਿਆ ਹੀ ਹੈ ਨਾ, ਆਪਣੀ ਰੱਖਿਆ ਕਰਨ ਵਾਸਤੇ ਸ਼ਸਤਰ ਵਿਦਿਆ ਦਾ ਅਭਿਆਸੀ ਹੋਣਾ, ਸ਼ਸਤਰ ਵਿਦਿਆ ਨੂੰ ਧਾਰਨ ਕਰਨਾ। ਤੇ ਜੇ ਆਪਣੀ ਰੱਖਿਆ ਨਹੀਂ ਕਰ ਸਕਦਾ ਤੇ ਦੂਜਿਆਂ ਨੂੰ ਕਿਵੇਂ ਬਚਾਉਣਾ ਹੈ। ਸਾਧ ਸੰਗਤ ਜੀ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਦੂਰੋਂ ਦੂਰੋਂ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ। ਹੁਣ ਤਾਂ ਭਾਵੇਂ ਉਹ ਸਮੇਂ ਦੇ ਜਿਹੜੇ ਹਾਲਾਤ ਜਾਂ ਉਹ ਜਿਹੜੀਆਂ ਥਾਂ ਨੇ, ਉਹ ਸਭ ਕੁਝ ਸਾਧ ਸੰਗਤ ਜੀ ਬਦਲ ਗਿਆ ਹੈ, ਪਰ ਸ੍ਰੀ ਅਨੰਦਪੁਰ ਸਾਹਿਬ ਤੋਂ ਨਗਰ ਤੋਂ ਦੂਰ ਦੂਰ ਤੱਕ ਬਹੁਤ ਬੜੇ ਬੜੇ ਸਾਧ ਸੰਗਤ ਜੀ ਸੰਘਣੇ ਜੰਗਲ ਸਨ। ਉਹ ਜੰਗਲਾਂ ਦੇ ਵਿੱਚੋਂ ਰਸਤੇ ਲੰਘਦੇ, ਉੱਥੋਂ ਸੰਗਤਾਂ ਨੇ ਚੱਲ ਕੇ ਆਉਣਾ ਸ਼ਬਦ ਕੀਰਤਨ ਕਰਦਿਆਂ ਹੋਇਆ। ਤੇ ਇੱਕ ਵਾਰ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਬਹੁ ਗਿਣਤੀ ਵੀ ਸਿੱਖ ਸੰਗਤਾਂ ਆ ਰਹੀਆਂ। ਉਹ ਰਸਤੇ ਵਿੱਚ ਆਉਂਦਿਆਂ ਹੋਇਆ ਜਿਵੇਂ ਪ੍ਰਭਾਤ ਫੇਰੀ ਤੇ ਸਾਧ ਸੰਗਤ ਜੀ ਸੰਗਤਾਂ ਸ਼ਬਦ ਗਾਉਂਦੀਆਂ ਜਾਂਦੀਆਂ ਨਾ, ਪ੍ਰਭਾਤ ਫੇਰੀ ਕੱਢਦੇ ਆ, ਇਵੇਂ ਸੰਗਤਾਂ ਮਿਲ ਕੇ ਸ਼ਬਦ ਗਾਇਨ ਕਰਦੀਆਂ ਹੋਈਆਂ ਆ ਰਹੀਆਂ ਸਨ। ਢੋਲਕੀਆਂ ਤੇ ਛੈਣਿਆਂ ਦੇ ਨਾਲ, ਖੜਤਾਲਾਂ ਦੇ ਨਾਲ ਸ਼ਬਦ ਗਾਇਨ ਕਰਦੇ ਹੋਏ ਆ ਰਹੇ। ਤੇ ਰਸਤੇ ਦੇ ਵਿੱਚ ਕਮਲੌਟ ਸਾਧ ਸੰਗਤ ਜੀ ਨਗਰ ਆਉਂਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਸਿੱਖ ਸੰਗਤਾਂ ਦੇ ਜਿਹੜੇ ਕੋਈ ਧਨ ਸਨ, ਪਦਾਰਥਾਂ ਸਨ, ਵਸਤੂਆਂ ਸਨ, ਉਪਹਾਰ ਲੈ ਕੇ ਆ ਰਹੇ ਸਨ ਸਤਿਗੁਰਾਂ ਨੂੰ ਭੇਟ ਕਰਨ ਦੇ ਵਾਸਤੇ। ਉੱਥੋਂ ਦੇ ਨਗਰ ਦੇ ਗੁੱਜਰਾਂ ਤੇ ਰੰਗੜਾਂ ਨੇ ਮਿਲ ਕਰਕੇ ਸੰਗਤਾਂ ਤੋਂ ਖੋਹ ਲਏ। ਫਿਰ 5 ਸਿੰਘਾਂ ਦੇ ਜਿਹੜੇ ਸੀਸ ਸਨ ਉਹ ਵੀ ਸਾਧ ਸੰਗਤ ਜੀ ਸ਼ਸਤਰਾਂ ਦੇ ਨਾਲ ਕੱਟ ਦਿੱਤੇ, ਉੱਥੇ ਟੰਗ ਦਿੱਤੇ ਬਾਹਰ ਵਾਰ। ਤੇ ਸੰਗਤਾਂ ਨੂੰ ਕਹਿ ਦਿੱਤਾ ਕਿ ਜੇ ਤੁਹਾਡਾ ਗੁਰੂ ਇੰਨਾ ਹੀ ਪੂਰਾ ਹੈ ਤੇ ਆ ਕਰਕੇ ਸਾਡੇ ਨਾਲ ਮੁਕਾਬਲਾ ਕਰੇ, ਇਹ ਸੀਸ ਸਿੱਖਾਂ ਦੇ ਸਾਡੇ ਕੋਲੇ, ਉਹਨਾਂ ਨੂੰ ਇੱਥੋਂ ਆ ਕਰਕੇ ਲੈ ਜਾਵੇ। ਸ਼ਾਮ ਦੇ ਸਮੇਂ ਸੰਗਤਾਂ ਪਹੁੰਚੀਆਂ ਤੇ ਮਹਾਰਾਜ ਸਾਹਿਬ ਜੀ ਨੂੰ ਬੜੇ ਬੈਰਾਗ ਦੇ ਵਿੱਚ ਆ ਕਰਕੇ ਸਾਰੇ ਵਿਥਿਆ ਸੁਣਾਈ। ਇਹ ਮਹਾਰਾਜ ਇਹ ਉਹਨਾਂ ਨੇ ਲਲਕਾਰਿਆ ਹੈ। ਤੇ ਸ਼ਾਮ ਦਾ ਸਮਾਂ ਸੀ, ਉਸੇ ਸਮੇਂ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਤਿਆਰ ਬਰ ਤਿਆਰ ਹੋ ਕਰਕੇ ਉਸੇ ਸਮੇਂ ਉਸ ਕਮਲੌਟ ਨਗਰ ਦੇ ਵਿੱਚ ਚਲੇ ਗਏ ਨੇ। ਜਦੋਂ ਸਵੇਰ ਹੋਈ ਤੇ ਦੇਖੋ ਹਜੂਰ ਨੇ ਫੇਰ ਵੀ ਸਾਧ ਸੰਗਤ ਜੀ ਇੱਕ ਮੌਕਾ ਦਿੱਤਾ ਉਹਨਾਂ ਗੁਜਰਾਂ ਤੇ ਰੰਗੜਾਂ ਨੂੰ, ਉਹਨਾਂ ਗਲਜ਼ਿਆਂ ਨੂੰ ਫੇਰ ਵੀ ਮਹਾਰਾਜ ਸਾਹਿਬ ਜੀ ਨੇ ਮੌਕਾ ਦਿੱਤਾ ਕਿ ਅਜੇ ਵੀ ਤੁਹਾਡੇ ਕੋਲ ਮੌਕਾ ਹੈ। ਜੇ ਹਥਿਆਰ ਸੁੱਟ ਕੇ ਤੁਸੀਂ ਖਿਮਾ ਮੰਗ ਲਓ, ਮੁਆਫੀ ਮੰਗ ਲਓ, ਜੋ ਵੀ ਸ਼ਰਨ ਵਿੱਚ ਆਉਣਾ ਚਾਹੇ ਉਹਨੂੰ ਮੁਆਫ ਕਰ ਦਿੱਤਾ ਜਾਵੇਗਾ। ਪਰ ਜਿਹੜੇ ਤਾਂ ਕੁਝ ਗਿਣਤੀ ਵੀ ਸ਼ਰਨ ਵਿੱਚ ਆਏ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਮੁਆਫ ਦਿੱਤਾ, ਖਾਲਸੇ ਨੇ ਕੁਝ ਨਹੀਂ ਕਹਿਣਾ ਕੀਤਾ। ਪਰ ਜਿਹੜੇ ਕਿਲੇ ਅੰਦਰ ਆਕੀ ਹੋ ਕਰਕੇ ਰਹੇ ਸਨ, ਖਾਲਸੇ ਨੇ ਐਸੇ ਉਹਨਾਂ ਦੇ ਦੰਦ ਖੱਟੇ ਕੀਤੇ, ਸ਼ਸਤਰਾਂ ਦੇ ਨਾਲ ਬੜਾ ਘਮਾਸਾਨ ਦਾ ਯੁੱਧ ਹੋਇਆ। ਆਹੂ ਲਾ ਸੁੱਟੇ, ਉਹਨਾਂ ਨੂੰ ਕੱਟ ਵੱਢ ਕਰਕੇ ਸਦਾ ਦੀ ਨੀਂਦੇ ਸਵਾ ਦਿੱਤਾ। ਤੇ ਜਿਹੜੇ 5 ਸਿੱਖਾਂ ਦੇ ਜਿਹੜੇ ਸੀਸ ਕੱਟੇ ਸਨ, ਉਹਨਾਂ ਦਾ ਬੜੇ ਅਦਬ ਸਤਿਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਫਿਰ ਸੰਸਕਾਰ ਕਰਵਾਇਆ ਸੀ। ਸਾਧ ਸੰਗਤ ਜੀ, ਜੇ ਮਹਾਰਾਜ ਸਾਹਿਬ ਜੀ ਨੇ ਸ਼ਸਤਰ ਧਾਰਨ ਕਰਵਾਏ ਹੈ, ਜਿੰਨੀਆਂ ਵੀ ਜੰਗਾਂ ਹੋਈਆਂ ਨਾ, ਸਤਿਗੁਰੂ ਜੀ ਦਾ ਇਤਿਹਾਸ ਪੜ੍ਹ ਕੇ ਦੇਖ ਲਈਏ, ਪਹਿਲਾਂ ਮਹਾਰਾਜ ਸਾਹਿਬ ਜੀ ਨੇ ਕਦੇ ਵੀ ਦੁਸ਼ਮਣ ਦੇ ਉੱਪਰ ਵਾਰ ਨਹੀਂ ਕੀਤਾ। ਜਿੰਨੀਆਂ ਵੀ ਸਤਿਗੁਰੂ ਜੀ ਦੀਆਂ ਜੰਗਾਂ ਹੋਈਆਂ ਹਨ, ਜੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦਾ ਇਤਿਹਾਸ ਪੜ੍ਹਦੇ ਹਾਂ, 4 ਜੰਗਾਂ ਹੋਈਆਂ। ਪਹਿਲਾਂ ਮਹਾਰਾਜ ਸਾਹਿਬ ਜੀ ਨੇ ਕਿਸੇ ਉੱਪਰ ਵੀ ਵਾਰ ਨਹੀਂ ਕੀਤਾ, ਨਾ ਸਿੱਖਾਂ ਨੂੰ ਹੁਕਮ ਕੀਤਾ। ਇਵੇਂ ਹੀ 10ਵੇਂ ਪਿਤਾ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪ ਦੁਸ਼ਮਣ ਦੇ ਉੱਪਰ ਪਹਿਲਾਂ ਵਾਰ ਨਹੀਂ ਕਦੇ ਕੀਤਾ।
ਤੇ ਨਾ ਹੀ ਆਪਣੇ ਖਾਲਸੇ ਨੂੰ ਇਹ ਹੁਕਮ ਕੀਤਾ ਹੈ। ਜੇ ਦੁਸ਼ਮਣ ਚੜ੍ਹ ਕਰਕੇ ਆ ਰਿਹਾ ਹੈ, ਇਤਿਹਾਸ ਪੜ੍ਹ ਕਰਕੇ ਦੇਖ ਲਈਏ, ਹਰ ਵਾਰ ਮਹਾਰਾਜ ਸਾਹਿਬ ਜੀ ਨੇ ਯੁੱਧ ਨੂੰ ਟਾਲਣ ਦੇ ਬਾਬਤ ਹੀ ਬਾਰ-ਬਾਰ ਸਗੋਂ ਯਤਨ ਕੀਤਾ ਹੈ। ਤੇ ਜੇ ਦੁਸ਼ਮਣ ਆ ਕੇ ਪੱਗ ਨੂੰ ਹੱਥ ਪਾਉਂਦਾ ਤੇ ਫਿਰ ਤਾਂ ਸਾਧ ਸੰਗਤ ਜੀ, ਜੇ ਸ਼ਸਤਰ ਦਾ ਵਾਰ ਕਰਦਾ ਫਿਰ ਤੇ ਅੱਗੋਂ ਉਹਦਾ ਜਵਾਬ ਉਹਨੂੰ ਸ਼ਸਤਰ ਦੇ ਨਾਲ ਹੀ ਦੇਣਾ ਪਵੇਗਾ ਨਾ। ਜੇ ਕੋਈ ਵਿਚਾਰ ਨਹੀਂ ਕਰਦਾ, ਕੋਈ ਚਰਚਾ ਨਹੀਂ ਕਰਦਾ, ਕੋਈ ਗਿਆਨ ਦਾ ਪ੍ਰਸ਼ਨ ਉੱਤਰ ਨਹੀਂ ਕਰਦਾ, ਸਿੱਧਾ ਆ ਕਰਕੇ ਕੋਈ ਪੱਗ ਨੂੰ ਹੱਥ ਪਾਵੇ, ਇੱਜ਼ਤ ਨੂੰ ਹੱਥ ਪਾਵੇ, ਸ਼ਸਤਰ ਦਾ ਵਾਰ ਕਰੇ, ਚੜ੍ਹ ਕਰਕੇ ਆ ਜਾਵੇ, ਫਿਰ ਤਾਂ ਉਹਦਾ ਜਵਾਬ ਸ਼ਸਤਰ ਦੇ ਨਾਲ ਹੀ ਦੇਣਾ ਚਾਹੀਦਾ ਹੈ। ਇਹ ਮਹਾਰਾਜ ਸਾਹਿਬ ਜੀ ਨੇ ਵੀ ਖਾਲਸੇ ਦਾ ਧਰਮ ਦੱਸਿਆ ਹੈ। ਤੇ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਹੋਲੇ ਮਹੱਲੇ ਵਾਲੇ ਦਿਨ, ਅੱਜ ਦੇ ਪੁਰਬ ਦਿਨ ਬੜੇ ਸਾਧ ਸੰਗਤ ਜੀ ਉਤਸ਼ਾਹ ਤੇ ਚਾਵਾਂ ਦੇ ਨਾਲ ਖਾਲਸੇ ਸਿੰਘਾਂ ਦੇ ਸਹਿਤ ਮਿਲ ਕਰਕੇ ਇਸ ਪੁਰਬ ਨੂੰ ਮਨਾਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੀ ਐਸੀ ਮਹਾਨ ਤੇ ਪਰਮ ਵਡਿਆਈ ਹੈ ਜਿਸ ਨੂੰ ਸਾਧ ਸੰਗਤ ਜੀ ਸਮਗਰ ਰੂਪ ਦੇ ਵਿੱਚ ਕਥਨ ਕੀਤਾ ਹੀ ਨਹੀਂ ਜਾ ਸਕਦਾ। ਬੜੇ ਚਾਵਾਂ ਤੇ ਉਤਸ਼ਾਹਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪੁਰਬ ਨੂੰ ਮਨਾਉਂਦੇ। ਅੱਜ ਵੀ ਸਾਧ ਸੰਗਤ ਜੀ ਖਾਲਸਾ ਮਿਲ ਕਰਕੇ ਬੜੀ ਇਕੱਤਰਤਾ ਨਾਲ ਮਨਾਉਂਦਾ ਪਿਆ। ਜੋ ਸਮੇਂ ਦੀ ਨਿਯਾਕਤ ਅਨੁਸਾਰ ਜੋ ਗੌਰਮੈਂਟ ਦੇ ਵੱਲੋਂ ਸਾਧ ਸੰਗਤ ਜੀ ਭਾਵੇਂ ਇਹ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਕਿ ਇਸ ਕਰੋਨਾ ਵਾਇਰਸ ਦੀ ਬਿਮਾਰੀ ਦੇ ਕਰਕੇ ਇਕੱਤਰਤਾ ਨਾ ਕੀਤੀ ਜਾਵੇ, ਪਰ ਫਿਰ ਵੀ ਜੋ ਸਾਧ ਸੰਗਤ ਜੀ ਖਾਲਸੇ ਦੇ ਪੁਰਬ ਹਨ, ਖਾਲਸੇ ਦੀ ਵਿਰਾਸਤ ਹੈ, ਉਹ ਬੜੀ ਧੂਮ-ਧਾਮ ਦੇ ਨਾਲ ਤੇ ਉਤਸ਼ਾਹ ਚਾਵਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਨਾਏ ਜਾ ਰਹੇ ਹਨ। ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਦੇ ਖਾਲਸੇ ਸਿੰਘ ਮਿਲ ਕਰਕੇ ਬੜੀ ਇਕੱਤਰਤਾ ਕਰਦੇ ਹੈ। ਔਰ ਇਹਦੇ ਬਾਬਤ ਜੋ ਜ਼ਿਕਰ ਆਉਂਦਾ ਹੈ ਕਿ ਜਦੋਂ ਮਹੱਲਾ ਨਿਕਲਦਾ ਨਾ ਸਾਧ ਸੰਗਤ ਜੀ, ਅੱਜ ਦੇ ਦਿਨ ਜਿੱਥੇ ਅਗਮਪੁਰਾ ਮਾਤਾ ਅਜੀਤ ਕੌਰ ਜੀ ਦਾ ਦੇਵਰਾ ਬਣਿਆ ਹੋਇਆ ਹੈ, ਉੱਥੋਂ ਤੱਕ ਖਾਲਸੇ ਸਿੰਘ ਮਿਲ ਕਰਕੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਨਿਸ਼ਾਨ ਸਾਹਿਬ ਝੂਲਦੇ ਹੋਏ, ਸ਼ਸਤਰ ਵਿਦਿਆ ਦੇ ਜ਼ੌਰ ਦਿਖਾਉਂਦੇ ਹੋ ਖਾਲਸੇ ਸਿੰਘ ਜਾਂਦੇ ਆ ਨਗਰ ਕੀਰਤਨ ਦੇ ਰੂਪ ਦੇ ਵਿੱਚ। ਸੰਗਤਾਂ ਬੜੇ ਪਿਆਰ ਤੇ ਉਤਸ਼ਾਹਾਂ ਦੇ ਨਾਲ ਮਿਲ ਕਰਕੇ ਜਾਂਦੀਆਂ ਹਨ। ਤੇ ਜਿੱਥੇ ਸਾਧ ਸੰਗਤ ਜੀ ਮਾਤਾ ਅਜੀਤ ਕੌਰ ਜੀ ਦਾ ਦੇਵਰਾ ਬਣਿਆ ਹੋਇਆ, ਉੱਥੋਂ ਤੱਕ ਸਾਰੇ ਮਿਲ ਕਰਕੇ ਸੰਗਤਾਂ ਜਾਂਦੀਆਂ। ਫਿਰ ਘੋੜ ਸਵਾਰੀ, ਨੇਜੇ ਬਾਜੀ, ਸ਼ਸਤਰ ਧਾਰੀ ਹੋ ਕਰਕੇ ਖਾਲਸੇ ਸਿੰਘ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੋਏ ਸ਼ਸਤਰਾਂ ਦੇ ਜ਼ੋਰ ਵਿਖਾਉਂਦੇ ਹਨ। ਵੱਡੀ ਗਰਾਊਂਡ ਦੇ ਵਿੱਚ ਖੁੱਲ੍ਹੇ ਥਾਂ 'ਤੇ ਸਾਧ ਸੰਗਤ ਜੀ ਸਾਰਾ ਸ਼ਸਤਰ ਵਿਦਿਆ ਦੀ ਕਲਾ ਦੇ ਜ਼ੋਰ ਦਿਖਾਏ ਜਾਂਦੇ ਹੈ, ਜੋ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਵਿਰਾਸਤ ਬਖਸ਼ਿਸ਼ ਕੀਤੀ ਹੈ। ਇਹਦੇ ਬਾਬਤ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਲਾਹੌਰ ਦੇ ਵਿੱਚ ਬਸੰਤੀ ਦਰਬਾਰ ਸਜਿਆ ਕਰਦਾ ਸੀ ਇਹਨਾਂ ਵਿਰਾਸਤਾਂ ਨੂੰ ਕਾਇਮ ਰੱਖਣ ਦੇ ਵਾਸਤੇ। ਅੱਜ ਭਾਵੇਂ ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ, ਇਹ ਸ਼ਸਤਰ ਵਿਦਿਆ ਨੂੰ ਧਾਰਨ ਕਰਨਾ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਇਹ ਜਿਹੜੀ ਅਸਲ ਵਿਰਾਸਤ ਨੂੰ ਛੱਡ ਕਰਕੇ ਲੱਚਰਪੁਣੇ ਨੂੰ ਅੱਜ ਅਸੀਂ ਧਾਰਨ ਕਰਦੇ ਜਾ ਰਹੇ ਹਾਂ। ਗਾਉਣ ਵਜਾਉਣ ਕਰਨਾ ਤੇ ਦੇਖਣਾ, ਲੱਚਰਪੁਣਾ ਆਪ ਕਰਨਾ, ਭੰਗੜੇ ਪਾਉਣੇ, ਗਿੱਧੇ ਪਾਉਣੇ ਤੇ ਸਾਧ ਸੰਗਤ ਜੀ ਉਹ ਖੁਦ ਜਾ ਕਰਕੇ ਦੇਖਣਾ, ਇਹਨੂੰ ਅੱਜ ਅਸੀਂ ਆਪਣੀ ਜਿਹੜੀ ਮੁੱਢਲੀ ਵਿਰਾਸਤ ਮੰਨਣਾ ਸ਼ੁਰੂ ਕਰ ਦਿੱਤਾ ਹੈ। ਪਰ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਜੋ ਖਾਲਸੇ ਨੂੰ ਵਿਰਾਸਤ ਬਖਸ਼ਿਸ਼ ਕੀਤੀ, ਉਹ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ। ਤੇ ਖਿਮਾ ਕਰਨਾ, ਸੱਚ ਇਹ ਹੈ ਕਿ ਅੱਜ ਮਾਰ ਵੀ ਸਾਨੂੰ ਇਸੇ ਕਰਕੇ ਹੀ ਪੈ ਰਹੀ ਹੈ। ਆਪਣੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਹਾਂ, ਆਪਣੇ ਵਿਰਸੇ ਤੋਂ ਅਸੀਂ ਬਹੁਤ ਦੂਰ ਜਾਂਦੇ ਜਾ ਰਹੇ ਹਾਂ, ਆਪ ਵੀ ਭੁੱਲਦੇ ਜਾ ਰਹੇ ਹਾਂ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਧ ਸੰਗਤ ਜੀ ਦੇ ਤੋਂ ਬਹੁਤ ਦੂਰ ਕਰੀ ਜਾ ਰਹੇ ਹਾਂ। ਮਹਾਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਲਾਹੌਰ ਦੇ ਵਿੱਚ ਬਸੰਤੀ ਦਰਬਾਰ ਸਜਿਆ ਕਰਦਾ ਹੈ, ਜਿਸ ਵਿੱਚ ਲਗਭਗ 2 ਮਹੀਨੇ ਉਹ ਦਰਬਾਰ ਲੱਗਿਆ ਕਰਦਾ ਸੀ। 2 ਮਹੀਨੇ ਤੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵਪਾਰੀਆਂ ਨੇ ਆਉਣਾ ਵਪਾਰ ਕਰਨ ਦੇ ਵਾਸਤੇ। ਬਹੁਤ ਵੱਡਾ ਦਰਬਾਰ ਸਜਦਾ ਹੈ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
ਸਿੰਘਾਂ ਦੇ ਜਿਹੜੇ ਜਥੇ ਸਨ ਉਹਨਾਂ ਦੇ ਸ਼ਸਤਰ ਵਿਦਿਆ ਦੀ ਕਲਾ ਦੇ ਜੌਹਰ ਦਿਖਾਉਂਦੇ। ਦੋ ਦੋ ਜਥੇ ਬਣਾ ਕਰਕੇ ਜਿਵੇਂ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਵਿਰਾਸਤ ਉਹਦਾ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ। ਫਿਰ ਦੁਸ਼ਮਣਾਂ ਦੇ ਨਾਲ ਕਿਵੇਂ ਜੰਗ ਕਰਨਾ, ਮੈਦਾਨੇ ਜੰਗ ਦੇ ਵਿੱਚ ਕਿਵੇਂ ਯੁੱਧ ਕਰਨਾ, ਉਹ ਯੁੱਧ ਕਲਾ ਸਿੱਖਦੇ ਔਰ ਆਪਣੇ ਸਿੰਘਾਂ ਨੂੰ ਆਉਣ ਵਾਲੇ ਸਮੇਂ ਵਿੱਚ ਦੁਸ਼ਮਣਾਂ ਦੇ ਨਾਲ ਜੂਝਣ ਦੇ ਵਾਸਤੇ ਕਲਾ ਸਿਖਾਇਆ ਕਰਦੇ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ। ਕਿਉਂਕਿ ਕੋਈ ਵੀ ਗੁਣ ਹੈ ਨਾ ਸਾਧ ਸੰਗਤ ਜੀ, ਉਹਦਾ ਅਭਿਆਸ ਕਰਨਾ ਛੱਡ ਦਿੱਤਾ ਜਾਵੇ ਤਾਂ ਸਹਿਜੇ ਭੁੱਲਣ ਲੱਗ ਪੈਂਦਾ, ਭੁੱਲ ਜਾਂਦਾ ਹੈ। ਕੋਈ ਵੀ ਜ਼ਿੰਦਗੀ ਦਾ ਭਾਵੇਂ ਕੋਈ ਦੁਨਿਆਵੀ ਕਲਾ ਹੀ ਲੈ ਲਓ, ਜੇ ਉਹਦਾ ਅਭਿਆਸ ਨਾ ਕੀਤਾ ਜਾਵੇ, ਇਹਨੂੰ ਚੇਤੇ ਨਾ ਕਰੀਏ, ਯਾਦ ਨਾ ਕਰੀਏ, ਕੁਝ ਸਮੇਂ ਬਾਅਦ ਆਪਣੇ ਆਪ ਹੀ ਭੁੱਲ ਜਾਂਦਾ, ਉਹ ਆਪਣੇ ਆਪ ਹੀ ਵਿਸਰ ਜਾਂਦਾ, ਫਿਰ ਉਹਨੂੰ ਚੇਤੇ ਨਹੀਂ ਆਉਂਦਾ। ਤੇ ਇਸੇ ਕਰਕੇ ਹੀ ਇਹ ਖਾਲਸੇ ਦੀ ਵਿਰਾਸਤ ਹੈ। ਸਾਲ ਬਾਅਦ ਇਹ ਪੁਰਬ ਆਉਂਦਾ ਹੈ ਤੇ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਜੋ ਖਾਲਸੇ ਪੰਥ ਦੇ ਵੱਲੋਂ ਗੁਰਮਤਾ ਕਰਕੇ ਜਿਵੇਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਹੈ, ਦੁਸਹਿਰੇ ਦਾ ਪੁਰਬ ਤੇ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਮਨਾਇਆ ਜਾਂਦਾ ਹੈ। ਇਹ ਆਉਣ ਵਾਲੇ ਸਮੇਂ ਵਿੱਚ ਜਿਹੜੀ ਵਿਰਾਸਤ ਹੈ ਕਾਇਮ ਰਹਿ ਸਕੇ, ਤਾਂ ਹੀ ਇਹ ਵਿਸ਼ੇਸ਼ ਕਰਕੇ ਪੁਰਬ ਮਨਾਏ ਜਾਂਦੇ ਨੇ। ਸੋ ਸਾਧ ਸੰਗਤ ਜੀ, ਅੱਜ ਜੋ ਹੋਲੇ ਮਹੱਲੇ ਦਾ ਪਾਵਨ ਪੁਰਬ ਹੈ, ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਜੋ ਮਹਾਰਾਜ ਸਤਿਗੁਰੂ ਜੀ ਨੇ ਸਾਨੂੰ ਵਿਰਾਸਤ ਬਖਸ਼ਿਸ਼ ਕੀਤੀ ਹੈ, ਗਰੀਬ ਨਵਾਜ਼ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਦਾ ਸਾਨੂੰ ਹੁਕਮ ਹੈ, ਇਹਦੀ ਸਾਨੂੰ ਉਲੰਘਣਾ ਨਹੀਂ ਕਰਨੀ ਚਾਹੀਦੀ। ਮਹਾਰਾਜ ਜੀ ਦੀ ਆਗਿਆ ਨੂੰ ਮੰਨਣਾ ਚਾਹੀਦਾ ਹੈ, ਕਿਉਂਕਿ ਸ਼ਸਤਰ ਤੋਂ ਬਿਨਾਂ ਜੋ ਮਨੁੱਖ ਹੈ ਨਾ, ਉਹ ਜਾਣੋ ਕਿ ਭੇਡ ਦੀ ਤਰ੍ਹਾਂ ਹੈ। ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਭੇਡਾਂ ਤੋਂ ਸ਼ੇਰ ਬਣਾਇਆ ਹੈ। ਸਤਿਗੁਰਾਂ ਨੇ ਖੰਡੇ ਬਾਟੇ ਦੀ ਪਾਹਲ ਛਕਾ ਕੇ, ਖਾਲਸੇ ਦੀ ਸਿਰਜਣਾ ਕਰਾ ਕੇ, ਬਾਣੀ ਤੇ ਬਾਣੇ ਦੇ ਧਾਰਨੀ ਕਰਵਾ ਕਰਕੇ, ਪਰ ਫਿਰ ਵੀ ਅਸੀਂ ਬਾਣੀ ਔਰ ਬਾਣਾ ਜੀਵਨ ਦੇ ਵਿੱਚ ਨਹੀਂ ਧਾਰਨ ਕਰਦੇ ਤਾਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਥੋੜ੍ਹਾ ਪ੍ਰਾਪਤ ਕਰ ਸਕਦੇ ਹਾਂ। ਰਹਿਤਨਾਮਿਆਂ ਦੇ ਬਚਨ ਹਨ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਟ ਜਾਨੋ, ਗਹ ਕਾਨ ਤਾਂ ਕਹਿ ਕਿਤੈ ਲੈ ਸਿਧਾਨੋ। ਇਹ ਮੋਰ ਆਗਿਆ ਸੁਨਹੁ ਰੇ ਪਿਆਰੇ, ਬਿਨਾ ਸ਼ਸਤਰ ਕੇ ਸੰਗ ਨਾ ਦੇਵੋਂ ਦੇ ਦਾਰੇ। ਮਹਾਰਾਜ ਕਹਿੰਦੇ ਸ਼ਸਤਰਾਂ ਤੋਂ ਬਿਨਾਂ ਜਾਣੋ ਕਿ ਇਹ ਭੇਡ ਦੀ ਤਰ੍ਹਾਂ ਹੈ ਮਨੁੱਖ ਦਾ ਜਿਹੜਾ ਜੀਵਨ ਹੈ। ਸ਼ਸਤਰ ਤੋਂ ਬਿਨਾਂ ਮਨੁੱਖ ਦਾ ਜੀਵਨ ਭੇਡ ਦੀ ਤਰ੍ਹਾਂ ਹੈ, ਤੇ ਭੇਡ ਨੂੰ ਜਿਹੜਾ ਮਰਜ਼ੀ ਕੰਨੋਂ ਫੜ ਕੇ ਲੈ ਜਾਂਦਾ ਉਹਦਾ ਸਿਰ ਮੁੰਨ ਦਿੰਦਾ ਹੈ। ਤੇ ਸਾਧ ਸੰਗਤ ਜੀ, ਜਿਹਦੇ ਕੋਲ ਸ਼ਸਤਰ ਹੈ ਨਾ, ਸ਼ੇਰ ਦੀ ਮੁੱਛ ਨੂੰ ਕੋਈ ਹੱਥ ਵੀ ਨਹੀਂ ਪਾ ਸਕਦਾ, ਨੇੜੇ ਜਾਣ ਦਾ ਹੀਆ ਵੀ ਨਹੀਂ ਪੈਂਦਾ, ਮਨ ਵਿੱਚ ਭੈ ਬਣਿਆ ਰਹਿੰਦਾ ਹੈ। ਜੇ ਸ਼ਸਤਰ ਕੋਲ ਹੋਵੇ ਤੇ ਭਲਾ ਕਿਵੇਂ ਦੁਸ਼ਮਣ ਆ ਕਰਕੇ ਚੜ੍ਹ ਕੇ ਆ ਸਕਦਾ, ਆ ਕੇ ਚੜ੍ਹਾਈ ਕਰ ਸਕਦਾ ਹੈ। ਦੁਸ਼ਮਣ ਦਾ ਹੀਆ ਹੀ ਨਹੀਂ ਪੈਂਦਾ, ਦੇਖ ਕਰਕੇ ਇਹ ਡਰ ਜਾਂਦਾ ਕਿ ਇਹਦੇ ਕੋਲ ਸ਼ਸਤਰ ਹੈ। ਮਹਾਰਾਜ ਸਾਹਿਬ ਜੀ ਨੇ ਬੜੀ ਵੱਡੀ ਤੇ ਪਰਮ ਦਾਤ ਬਖਸ਼ੀ ਹੈ, ਬੜੀ ਵੱਡੀ ਇਹ ਵਿਰਾਸਤ ਬਖਸ਼ੀ ਹੈ ਖਾਲਸੇ ਨੂੰ, ਜਿਸ ਤੋਂ ਅਸੀਂ ਅੱਜ ਮੁਨਕਰ ਹੁੰਦੇ ਜਾ ਰਹੇ ਹਾਂ। ਤੇ ਜੇ ਦੇਖਿਆ ਜਾਵੇ ਨਾ ਸਾਧ ਸੰਗਤ ਜੀ, ਲੰਘੇ ਹੋਏ ਜਿਹੜਾ ਸਮਾਂ ਹੈ 84 ਦੇ ਵਿੱਚ ਦਿੱਲੀ ਵਿੱਚ ਕਿੰਨਾ ਵੱਡਾ ਕਤਲੇਆਮ ਹੋਇਆ, ਉਹਦਾ ਕਾਰਨ ਕੀ ਸੀ? ਅਸੀਂ ਸ਼ਸਤਰਾਂ ਦੇ ਥਾਂ ਘਰਾਂ ਦੇ ਵਿੱਚ ਚੰਗੇ ਮਹਿੰਗੇ ਮੁੱਲ ਵਾਲੇ ਟੀਵੀ ਤੇ LCDਆਂ ਰੱਖੀਆਂ ਹੋਈਆਂ ਸਨ। ਜਿਹੜੇ ਸਿੱਖਾਂ ਦੇ ਘਰ, ਸਿੱਖਾਂ ਦੇ ਕਿੰਨੇ ਵੱਡੇ ਕਤਲੇਆਮ ਹੋਏ ਆ, ਜੋ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਇਹਦਾ ਕਾਰਨ ਕੀ ਹੈ? ਇਹ ਸਾਧ ਸੰਗਤ ਜੀ, ਇਹਦੇ ਵਿੱਚ ਦੋਸ਼ੀ ਅਸੀਂ ਆਪ ਹਾਂ, ਕਿਉਂਕਿ ਅਸੀਂ ਆਪਣੀ ਵਿਰਾਸਤ ਨੂੰ ਭੁਲਾ ਦਿੱਤਾ ਹੈ। ਸ਼ਸਤਰਾਂ ਦੀ ਥਾਂ ਤੇ, ਕਿਰਪਾਨਾਂ ਦੀ ਥਾਂ ਤੇ ਚੰਗੇ ਸਾਧ ਸੰਗਤ ਜੀ ਹੋਰ ਕੋਈ ਪਦਾਰਥਾਂ ਵਸਤੂਆਂ ਰੱਖ ਲਏ, ਟੀਵੀ ਆਦਿਕ ਰੱਖ ਲਏ, ਪਰ ਸ਼ਸਤਰਾਂ ਤੋਂ ਬਿਨਾਂ ਹੀ ਅਸੀਂ ਰਹਿਣਾ ਕੀਤਾ। ਜੇ ਸ਼ਸਤਰ ਕੋਲ ਹੁੰਦਾ ਤੇ ਸਾਧ ਸੰਗਤ ਜੀ ਇੰਨਾ ਜ਼ਿਆਦਾ ਨੁਕਸਾਨ ਨਹੀਂ ਸੀ ਹੋਣਾ ਸਿੱਖ ਕੌਮ ਦਾ। ਸਾਡੀਆਂ ਇੱਜ਼ਤਾਂ ਬਰਕਰਾਰ ਤਾਂ ਹੀ ਰਹਿਣੀਆਂ ਸਨ ਜੇ ਸ਼ਸਤਰ ਕੋਲ ਹੁੰਦੇ ਤਾਂ। ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਵਿਸਾਰ ਦਿੱਤਾ, ਸਤਿਗੁਰੂ ਜੀ ਦੀ ਬਖਸ਼ੀ ਹੋਈ ਵਿਰਾਸਤ ਨੂੰ ਭੁਲਾ ਦਿੱਤਾ, ਇਸੇ ਕਰਕੇ ਹੀ ਭਾਰੀ ਨੁਕਸਾਨ ਹੋਇਆ। ਤੇ ਸਾਧ ਸੰਗਤ ਜੀ, ਆਉਣ ਵਾਲੇ ਸਮੇਂ ਵਿੱਚ ਵੀ ਭਾਰੀ ਨੁਕਸਾਨ ਹੋ ਸਕਦਾ ਜੇ ਅਜੇ ਵੀ ਅਸੀਂ ਨਹੀਂ ਸੰਭਲਦੇ, ਅਜੇ ਵੀ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਦਾਤ, ਇਹ ਵਿਰਾਸਤ ਨੂੰ ਯਾਦ ਨਹੀਂ ਕਰਦੇ, ਆਪਣੇ ਜੀਵਨ ਵਿੱਚ ਧਾਰਦੇ ਨਹੀਂ ਹਾਂ। ਆਉਣ ਵਾਲੇ ਸਮੇਂ ਵਿੱਚ ਇਹਦੇ ਨਾਲੋਂ ਕਈ ਗੁਣਾ ਵੱਧ ਵੀ ਨੁਕਸਾਨ ਹੋ ਸਕਦਾ ਹੈ। ਸਾਨੂੰ ਸੇਧ ਲੈਣੀ ਚਾਹੀਦੀ ਹੈ।
ਇਸ ਲਈ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਦਾਤ ਖੰਡੇ ਬਾਟੀ ਦੀ ਪਾਹਲ ਛਕ ਕੇ ਪੰਜਾਂ ਕਕਾਰਾਂ ਦੇ ਧਾਰਨੀ ਬਣ ਕੇ ਨਿਤਨੇਮ ਰਹਿਤ ਮਰਜ਼ਾਦਾ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ, ਜਿਸ ਕਰਕੇ ਜੋ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਿਆ ਜਾ ਸਕੇ, ਗਊ ਗਰੀਬ ਦੀ ਰੱਖਿਆ ਕੀਤੀ ਜਾ ਸਕੇ, ਸਵੈ ਰੱਖਿਆ ਕੀਤੀ ਜਾ ਸਕੇ। ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਵਿਰਾਸਤ ਬਖਸ਼ੀ ਹੈ, ਸਾਧ ਸੰਗਤ ਜੀ ਜੀਵਨ ਵਿੱਚ ਸਾਨੂੰ ਧਾਰਨ ਕਰਨੀ ਚਾਹੀਦੀ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਹਜੂਰ ਦੀ ਲੜੀਵਾਰ ਗੁਰਬਾਣੀ ਕਥਾ ਚੱਲ ਰਹੀ ਹੈ, ਆਓ ਹੁਣ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਫਿਰ ਬਾਅਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਪੈਣੇ ਹੈ, ਜੋ ਪਰਸੋਂ ਰੋਜ਼ ਤੋਂ ਪ੍ਰਾਰੰਭ ਕੀਤੇ ਸਨ। ਹੋਲੇ ਮਹੱਲੇ ਦੇ ਪੁਰਬ ਦੇ ਸੰਬੰਧ ਵਿੱਚ ਆਪ ਸੰਗਤ ਨੇ ਇਵੇਂ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਆਓ ਪਿਆਰ ਦੇ ਨਾਲ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਇੱਕ ਵਾਰ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 391 ਅੰਗ ਤੇ ਪਾਵਨ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਰਮਾਤਮਾ ਦੀ ਪ੍ਰੀਤ ਹਿਰਦੇ ਅੰਦਰ ਹੋਵੇ, ਪਰਮੇਸ਼ਰ ਦਾ ਪਿਆਰ ਹਿਰਦੇ ਵਿੱਚ ਹੋਵੇ, ਸਦੀਵੀ ਕਾਲ ਲਈ ਸੁਖ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਹਰ ਕੋਈ ਮਨੁੱਖ ਲੋੜਦਾ ਕਿ ਮੇਰਾ ਜ਼ਿੰਦਗੀ ਜਿਹੜੀ ਹੈ ਬੜੀ ਸੁਖਾਲੀ ਬਤੀਤ ਹੋਵੇ, ਮੇਰਾ ਜੀਵਨ ਸੁਖਾਲਾ ਨਿਰਵਾਹ ਹੋਵੇ, ਮੇਰੀ ਜ਼ਿੰਦਗੀ ਦੇ ਜਿਹੜੇ ਦੁੱਖ ਹਨ ਔਕੜਾਂ ਹਨ ਚਲੀਆਂ ਜਾਣ, ਸੁੱਖਾਂ ਦੇ ਸਹਿਤ ਜੀਵਨ ਮੈਂ ਨਿਰਵਾਹ ਕਰਾਂ। ਹਰ ਇੱਕ ਮਨੁੱਖ ਦਾ ਇਹੋ ਹੀ ਸਾਧ ਸੰਗਤ ਦੀ ਚਾਹਤ ਹੁੰਦੀ ਹੈ। ਕੌਣ ਲੋੜਦਾ ਹੈ, ਕੌਣ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੁੱਖਾਂ ਭਰੀ ਹੋਵੇ? ਕੋਈ ਨਹੀਂ ਚਾਹਤ ਕਰਦਾ ਕਿ ਮੈਂ ਦੁਖੀ ਹੋ ਕਰਕੇ ਜੀਵਨ ਨਿਰਵਾਹ ਕਰਾਂ। ਹਰ ਕੋਈ ਸੁੱਖ ਹੀ ਲੋੜਦਾ ਹੈ। ਤੇ ਮਹਾਰਾਜ ਕਹਿੰਦੇ ਜਿੱਦਾਂ ਦੀ ਮਨੁੱਖ ਦੇ ਕੋਲ ਜਿੰਨੀ ਕੋ ਸੋਝੀ ਹੈ, ਜਿੰਨੀ ਕੋ ਮਤ ਹੈ, ਜਿੰਨੀ ਕੋ ਗਿਆਤ ਹੈ, ਉਹਦੇ ਮੁਤਾਬਕ ਸੋਚ ਵਿਚਾਰ ਕਰਕੇ ਮਨੁੱਖ ਯਤਨ ਕਰਦਾ ਕਿ ਇਹ ਕੰਮ ਕਰਾਂਗਾ, ਇਹ ਕਾਰਜ ਕਰਾਂਗਾ ਤੇ ਮੈਨੂੰ ਸੁੱਖ ਮਿਲੇਗਾ। ਜੋ ਕੁਝ ਵੀ ਹੈ ਸੰਸਾਰ ਦੇ ਅੰਦਰ ਹਰ ਕੋਈ ਮਨੁੱਖ ਯਤਨ ਕਰਦਾ ਹੈ, ਯਤਨਸ਼ੀਲ ਹੈ। ਤੇ ਸਾਧ ਸੰਗਤ ਜਿਨ੍ਹਾਂ ਦੇ ਵਿੱਚ ਇਸ ਅਗਿਆਤ ਜੀਵ ਨੇ ਸਦੀਵੀ ਸੁੱਖ ਸਮਝਿਆ ਹੈ, ਉਹ ਅਸਲ ਦੇ ਵਿੱਚ ਹੈ ਨਹੀਂ ਹੈ। ਜੋ ਮਾਇਕੀ ਪਦਾਰਥਾਂ ਦੇ ਵਿੱਚ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਵਿੱਚ ਜੀਵ ਨੇ ਬੜਾ ਸੁੱਖ ਸਮਝਣਾ ਕੀਤਾ ਹੈ, ਪਰ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਹੋਰ ਵੀ ਕਈ ਗੁਣਾ ਵੱਧ ਜੀਵ ਨੂੰ ਦੁਖੀ ਹੋਣਾ ਪੈਂਦਾ ਹੈ। ਜੋ ਪਰਮ ਸੁੱਖ ਸਦੀਵੀ ਸੁੱਖ ਹੈ ਉਹ ਪਰਮਾਤਮਾ ਦੇ ਪਿਆਰ ਵਿੱਚ ਹੈ, ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਹੈ। ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਕਰਨਾ, ਹਿਰਦੇ ਹੋ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਗੁਰਬਾਣੀ ਦਾ ਪਾਵਨ ਫਰਮਾਨ ਹੈ। ਉਹ ਜੀਵ ਨੂੰ ਸਦੀਵੀ ਸੁੱਖ ਬਖਸ਼ਿਸ਼ ਕਰ ਦਿੰਦਾ ਹੈ। ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖਹਿ ਨਿਰਤ ਨਾਟੇ। ਕਿਸੇ ਨੇ ਬਹੁਤੇ ਧਨ ਕਮਾਉਣ ਦੇ ਵਿੱਚ, ਕਮਾਈ ਵਿੱਚ ਬੜਾ ਸੁੱਖ ਸਮਝਿਆ ਹੈ। ਕਿਸੇ ਨੇ ਸੰਸਾਰ ਦੇ ਨਾਚ ਤਮਾਸ਼ੇ ਦੇਖਣ ਦੇ ਵਿੱਚ ਬੜਾ ਭਾਰਾ ਸੁੱਖ ਸਮਝਿਆ ਹੈ। ਸੁਖ ਨਾਹੀ ਬਹੁ ਦੇਸ਼ ਕਮਾਏ। ਕਿਸੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਕਮਾਈ ਕਰਨੇ ਦਾ, ਰੰਗਾਂ ਰੰਗਾਂ ਦੀ ਦੁਨੀਆ ਦੇਖਣ ਦੇ ਵਿੱਚ ਬੜਾ ਭਾਰਾ ਸੁੱਖ ਸਮਝਿਆ ਹੈ। ਪਰ ਮਹਾਰਾਜ ਹਜੂਰ ਕਹਿੰਦੇ ਅਸਲ ਦੇ ਵਿੱਚ ਇਹਨਾਂ ਵਿੱਚ ਆਤਮਿਕ ਸੁੱਖ ਨਹੀਂ ਪ੍ਰਾਪਤ ਹੋਣ ਵਾਲਾ। ਮਹਾਰਾਜ ਦੇ ਸੁੱਖ ਕਿੱਥੋਂ ਪ੍ਰਾਪਤ ਹੁੰਦਾ ਹੈ? ਸਤਿਗੁਰੂ ਜੀ ਨੇ ਉਚਾਰਨ ਕੀਤਾ, ਸਰਬ ਸੁਖਾ ਹਰ ਹਰ ਗੁਣ ਗਾਏ। ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਹੀ ਅਸਲ ਦੇ ਵਿੱਚ ਪਰਮ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਆਤਮਿਕ ਸੁੱਖ ਮਿਲਦਾ ਹੈ, ਸਦੀਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ ਜੇ ਇਹ ਜੀਵ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦਾ ਯਾਦ ਕਰਦਾ ਹੈ, ਵਾਹਿਗੁਰੂ ਦੀ ਯਾਦ ਵਿੱਚ ਜੁੜਦਾ ਹੈ। ਧੰਨ ਸਤਿਗੁਰੂ
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ। ਜੇ ਇਹ ਜੀਵ ਤੇਰੇ ਹਿਰਦੇ ਅੰਦਰ ਪ੍ਰਮਾਤਮਾ ਦੀ ਸੱਚੀ ਪ੍ਰੀਤ ਹੈ ਨਾ, ਤੈਨੂੰ ਸਦੀਵੀ ਸੁਖ ਪ੍ਰਾਪਤ ਹੋ ਜਾਵੇਗਾ। ਸਦੀਵੀ ਸੁਖ ਨੂੰ ਪਾਉਣ ਦੇ ਵਾਸਤੇ ਮਨੁੱਖ ਜਿੱਥੇ ਮਾਇਕੇ ਪਦਾਰਥਾਂ ਨੂੰ ਪਾਉਣ ਦੇ ਵਾਸਤੇ ਬੜਾ ਯਤਨ ਕਰਦਾ ਹੈ, ਉੱਥੇ ਦੁਨੀਆ ਦੇ ਜਿਹੜੇ ਸਾਧਕ ਲੋਕ ਹੈ ਨਾ, ਤਰ੍ਹਾਂ ਦੀਆਂ ਸਾਧਨਾਵਾਂ ਕਰਦੇ ਹਨ। ਸੰਸਾਰ ਦੇ ਜਿਹੜੇ ਸਾਧਕ ਲੋਕ ਹੈ, ਕੋਈ ਕਿਸੇ ਤਰ੍ਹਾਂ ਦੀ ਕੋਈ ਤਪ ਸਾਧਨਾ ਕਰਦਾ, ਕੋਈ ਯੋਗ ਸਾਧਨਾ ਕਰਦਾ ਹੈ, ਕੋਈ ਕਪਾਲੀ ਆਸਣ ਇਤਿਆਦਿ ਕਈ ਪ੍ਰਕਾਰ ਦੀਆਂ ਸਾਧਨਾ ਵਿੱਚ ਜੁੜਦਾ ਹੈ। ਕਾਹਦੇ ਲਈ? ਸਦੀਵੀ ਸੁਖ ਦੇ ਵਾਸਤੇ। ਤੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਦੇ ਨਿਤਾ ਪ੍ਰਤੀ ਅਸੀਂ ਨਿਤਨੇਮ ਦੀਆਂ ਪਾਵਨ ਬਾਣੀਆਂ ਵਿੱਚ ਬਚਨ ਪੜ੍ਹਦੇ ਹਾਂ। ਮਹਾਰਾਜ ਕਹਿੰਦੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਖ ਧਿਆਨ ਲਗਾਇਓ। ਨਾਥ ਫਿਰਿਓ ਦੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਮਹਾਰਾਜ ਕਹਿੰਦੇ ਜਿਹੜੇ ਦੁਨੀਆ ਦੇ ਸਾਧਨ ਹੈ ਨਾ, ਕਰਮ ਕਾਂਡ ਹੈ, ਇਹ ਅਸਲ ਦੇ ਵਿੱਚ ਮਨੁੱਖ ਨੇ ਕੀਤੇ ਇਸੇ ਲਈ ਸਨ ਕਿ ਮੈਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਜਾਵੇਗੀ, ਸਦੀਵੀ ਸੁਖ ਮਿਲ ਜਾਵੇਗਾ। ਪਰ ਹਜੂਰ ਕਹਿੰਦੇ ਆ ਲੋਕ ਤੇ ਗਵਾਇਆ ਹੀ ਹੈ, ਪਰ ਲੋਕ ਵੀ ਜੀਵ ਨੇ ਆਪਣਾ ਗਵਾ ਲੈਣਾ ਕੀਤਾ। ਇਹ ਦੁਨੀਆ ਦੇ ਸਾਧਨ ਕਰਨ ਦੇ ਨਾਲ ਪਰਮੇਸ਼ਰ ਦੀ ਭਜਨ ਬੰਦਗੀ ਕੀਤੇ ਤੋਂ ਬਿਨਾਂ ਤੇ ਮਹਾਰਾਜ ਫਿਰ ਜੀਵਨ ਦੀ ਸਫਲਤਾ ਕਿਵੇਂ ਹੁੰਦੀ ਹੈ, ਕਿਵੇਂ ਉਹ ਸਦੀਵੀ ਸੁਖ ਸਰੂਪ ਪਰਮਾਤਮਾ ਮਿਲਦਾ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਸਾਜ ਕਹਾ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਖਾਲਸਾ ਜੀ ਜਿਨ੍ਹਾਂ ਨੇ ਹਿਰਦੇ ਅੰਦਰ ਸੱਚਾ ਪਿਆਰ ਧਾਰਨ ਕੀਤਾ ਹੈ, ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਲਗਾਇਆ ਹੈ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਸਦੀਵੀ ਸੁਖ ਉਹਨਾਂ ਨੇ ਪਾਇਆ ਹੈ। ਕਿੰਨਾ ਇਹ ਵੱਡੀ ਦਾਤ ਹੈ, ਬੜੀ ਅਮੋਲਕ ਦਾਤ ਹੈ। ਨਾ ਕਿਸੇ ਧਨ ਕਰਕੇ, ਨਾ ਪਦਾਰਥਾਂ ਕਰਕੇ, ਨਾ ਹੋਰ ਕੋਈ ਦੁਨੀਆ ਦੀ ਵੱਡੀ ਤੋਂ ਵੱਡੀ ਸ਼ਕਤੀ ਕਰਕੇ ਇਸ ਨੂੰ ਪਾਇਆ ਜਾ ਸਕਦਾ ਹੈ। ਇਉਂ ਕਹਿ ਲਈਏ ਕਿ ਪ੍ਰੇਮ ਇੱਕ ਅਮੋਲਕ ਦਾਤ ਹੈ। ਕਿਸੇ ਮੁੱਲ, ਕਿਸੇ ਵੱਟੇ ਸੱਟੇ ਨਹੀਂ ਇਹਨੂੰ ਖਰੀਦਿਆ ਜਾਂਦਾ। ਪਰਮਾਤਮਾ ਜਿਨ੍ਹਾਂ ਦੇ ਜੀਵਨ ਦੇ ਅੰਦਰ ਵਾਹਿਗੁਰੂ ਹਿਰਦੇ ਅੰਦਰ ਪ੍ਰੇਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਮਹਾਰਾਜ ਕਹਿੰਦੇ ਉਹ ਹਿਰਦੇ ਹੋ ਕੇ ਪਰਮਾਤਮਾ ਨੂੰ ਯਾਦ ਕਰਦੇ ਹੈ, ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ। ਇਹ ਸਾਰੇ ਸ਼ਬਦ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਪਰਮਾਤਮਾ ਦਾ ਪਿਆਰ ਹੀ ਕਥਨ ਕੀਤਾ ਕਿ ਕਿੰਨੀ ਵੱਡੀਆਂ ਦਾਤਾਂ ਪ੍ਰਾਪਤ ਹੁੰਦੀਆਂ ਜੇ ਪਰਮੇਸ਼ਰ ਦਾ ਪਿਆਰ ਹਿਰਦੇ ਵਿੱਚ ਹੋਵੇ। ਹਜੂਰ ਆਖ ਰਹੇ ਆ, ਇਹ ਜੀਵ ਸਦੀਵੀ ਸੁਖ ਮਿਲੇਗਾ ਜੇ ਪਰਮਾਤਮਾ ਦੀ ਪ੍ਰੀਤ ਧਾਰਨ ਕਰੇਗਾ। ਪ੍ਰਭ ਕੀ ਪ੍ਰੀਤ ਦੁਖ ਲੱਗਾ ਨਾ ਕੋਏ। ਜੇ ਪਰਮਾਤਮਾ ਦੀ ਪ੍ਰੀਤ ਹਿਰਦੇ ਅੰਦਰ ਹੋਵੇ ਫਿਰ ਕੋਈ ਦੁੱਖ ਵੀ ਨਹੀਂ ਲੱਗਦਾ। ਹਿਰਦੇ ਹੋ ਕੇ ਪਰਮਾਤਮਾ ਨੂੰ ਯਾਦ ਕਰ ਰਿਹਾ ਹੁੰਦਾ ਹੈ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਦੇ ਜੀਵਨ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਰਾਵੀ ਦਰਿਆ ਦੇ ਕਿਨਾਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਵਿਸ਼ਰਾਮ ਕਰ ਰਹੇ। ਭਾਈ ਲਹਿਣਾ ਜੀ ਸਤਿਗੁਰੂ ਜੀ ਦੀ ਮੁੱਠੀ ਚਾਬੀ ਕਰ ਰਹੇ, ਚਰਨ ਘੁੱਟਣ ਦੀ ਸੇਵਾ ਕਰ ਰਹੇ ਸਨ। ਤੇ ਇੱਕ ਆਜੜੀ ਸਿੱਖ ਬੱਕਰੀਆਂ ਚਾਰਦਾ, ਉਹ ਪਸ਼ੂਆਂ ਨੂੰ ਚਾਰਦਾ ਹੋਇਆ ਕੀਰਤਨ ਸੋਲੇ ਗੁਰਬਾਣੀ ਦੀ ਸ਼ਬਦਾਂ ਦੇ ਜਾਪ ਕਰ ਰਿਹਾ ਸੀ। ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸਰਨ ਆਈ, ਚੌਗਿਰਦ ਹਮਾਰੈ ਰਾਮਕਾਰ, ਦੁੱਖ ਲੱਗਿਆ ਨਾ ਭਾਈ। ਇਹ ਜਿਹੜੇ ਕੀਰਤਨ ਸੋਲੇ ਪਾਵਨ ਬਾਣੀ ਦੀ ਸ਼ਬਦ ਇਹਨਾਂ ਦਾ ਜਾਪ ਕਰ ਰਿਹਾ ਸੀ ਤੇ ਇੰਨਾ ਪਿਆਰ ਦੇ ਵਿੱਚ ਭਿੱਜਾ ਹੋਇਆ ਉਹ ਪਸ਼ੂ ਚਾਰਦਾ ਹੋਇਆ ਕੰਡਿਆਂ ਦੇ ਉੱਪਰ ਸਾਧ ਸੰਗਤ ਜੀ ਤੁਰਿਆ ਫਿਰ ਰਿਹਾ ਸੀ। ਵੱਡੀਆਂ ਵੱਡੀਆਂ ਸੂਲਾਂ ਸਨ ਤੇ ਪਰ ਉਹਨੂੰ ਥੋੜੀ ਜਿੰਨੀ ਵੀ ਕੋਈ ਦਰਦ ਨਹੀਂ ਸੀ ਹੋ ਰਹੀ, ਥੋੜੇ ਜਿੰਨੀ ਵੀ ਕੋਈ ਮਹਾਰਾਜ ਸਾਹਿਬ ਜੀ ਨੇ ਉਹਨੂੰ ਆਂਚ ਨਹੀਂ ਆਉਣ ਦਿੱਤੀ। ਤੇ ਜਦੋਂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦਿਆਂ ਬਾਬਾ ਲਹਿਣਾ ਜੀ ਨੇ ਦੇਖਿਆ ਕਿ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਖੂਨ ਸਿਮ ਰਿਹਾ, ਬੜੇ ਹੈਰਾਨ ਹੋ ਕੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਇਹ ਕੀ ਕੌਤਕ ਹੈ? ਅੰਤਰਜਾਮੀ ਸਤਿਗੁਰਾਂ ਨੇ ਹੁਕਮ ਕੀਤਾ, ਕਹਿੰਦਾ ਕਿ ਜਾਓ ਉਸ ਫਲਾਣੀ ਜਗ੍ਹਾ ਤੇ ਇੱਕ ਆਜੜੀ ਸਿੱਖ ਹੈ, ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਜਾਪ ਕਰ ਰਿਹਾ, ਉਹਨੂੰ ਬੁਲਾ ਕਰਕੇ ਲੈ ਕੇ ਆਓ। ਜਦੋਂ ਬੁਲਾ ਕੇ ਲਿਆਂਦਾ
ਤੇ ਮਹਾਰਾਜ ਸਾਹਿਬ ਜੀ ਦੇ ਕੋਲ ਆ ਕੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਤੇ ਹਜੂਰ ਨੂੰ ਬੇਨਤੀ ਕੀਤੀ ਚਰਨਾਂ ਵੱਲ ਦੇਖ ਕੇ, ਮਹਾਰਾਜ ਇਹ ਕੀ ਕੌਤਕ ਹੈ, ਖੂਨ ਕਿਉਂ ਆਪ ਜੀ ਦੇ ਚਰਨਾਂ ਵਿੱਚੋਂ ਸਿੰਮਿਆ। ਤੇ ਹਜੂਰ ਕਹਿਣ ਲੱਗੇ, ਸਿੱਖਾ ਤੂੰ ਇੰਨੇ ਪਿਆਰ ਦੇ ਨਾਲ ਗੁਰਬਾਣੀ ਪੜ੍ਹ ਰਿਹਾ ਸਾਂ, ਸ਼ਬਦਾਂ ਦਾ ਜਾਪ ਕਰ ਰਿਹਾ ਸੀ ਪਿਆਰ ਵਿੱਚ ਭਿੱਜ ਕਰਕੇ, ਕਿ ਜਿਹੜਾ ਦੁੱਖ ਜਿਹੜੀ ਤਕਲੀਫ ਤੈਨੂੰ ਹੋਣੀ ਸੀ ਨਾ, ਉਸੀਂ ਆਪਣੇ ਇਸ ਤਨ ਦੇ ਉੱਪਰ ਸਹਾਰਨਾ ਕੀਤੀ ਹੈ, ਆਪਣੇ ਸਰੀਰ ਦੇ ਉੱਪਰ ਉਸ ਨੂੰ ਸਹਾਰੇ, ਤੈਨੂੰ ਥੋੜੀ ਜਿੰਨੇ ਵੀ ਆਂਚ ਨਹੀਂ ਆਉਣ ਦਿੱਤੀ, ਕਿਉਂਕਿ ਪਿਆਰ ਵਿੱਚ ਭਿੱਜ ਕੇ ਤੂੰ ਗੁਰਬਾਣੀ ਪੜ੍ਹ ਰਿਹਾ ਸੀ। ਮਹਾਰਾਜ ਹਜੂਰ ਨੇ ਫਿਰ ਹੁਕਮ ਕੀਤਾ ਸੀ ਕਿ ਰਾਤ ਦੇ ਸਮੇਂ ਬਿਰਾਜਣ ਦੇ ਸਮੇਂ ਇਸ ਗੁਰਬਾਣੀ ਦਾ ਜਾਪ ਕਰੀਦਾ। ਤੇ ਇਹ ਸਾਧ ਸੰਗਤ ਜੀ ਮਰਜ਼ਾਦਾ ਵੀ ਹੈ ਸਿੱਖ ਪੰਥ ਦੇ ਅੰਦਰ, ਜਿੱਥੇ ਅੰਮ੍ਰਿਤ ਵੇਲੇ 5 ਬਾਣੀਆਂ ਦਾ ਜਾਪ ਕਰਨਾ, ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ। ਇਸੇ ਤਰ੍ਹਾਂ ਸ਼ਾਮ ਦੇ ਸਮੇਂ ਰਹਿਰਾਜ ਸਾਹਿਬ ਤੇ ਬਿਰਾਜਣ ਲੱਗਿਆਂ ਕੀਰਤਨ ਸੋਹਲੇ ਗੁਰਬਾਣੀ ਦਾ ਜਾਪ ਕਰਨਾ, ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਮਹਾਰਾਜ ਹਜੂਰ ਕਹਿੰਦੇ, ਜੇ ਪਿਆਰ ਹਿਰਦੇ ਅੰਦਰ ਹੋਵੇ ਨਾ ਸਤਿਗੁਰੂ ਜੀ ਦੇ ਚਰਨਾਂ ਦਾ, ਪ੍ਰਭ ਕੀ ਪ੍ਰੀਤ ਦੁੱਖ ਲੱਗਿਆ ਨਾ ਕੋਏ। ਉਹ ਜੀਵ ਨੂੰ ਕੋਈ ਦੁੱਖ ਵੀ ਨਹੀਂ ਲੱਗਦਾ, ਜੰਮਣ ਮਰਨ ਦੇ ਦੁੱਖ ਤੋਂ ਵੀ ਰਹਿਤ ਹੋ ਜਾਂਦਾ ਹੈ, 84 ਦੇ ਲੱਖ ਜੂਨਾਂ ਵਿੱਚ ਪੈਣੇ ਤੋਂ ਵੀ ਆਜ਼ਾਦ ਹੋ ਜਾਂਦਾ ਹੈ, ਜੇ ਪ੍ਰਮਾਤਮਾ ਦੀ ਸੱਚੀ ਪ੍ਰੀਤ ਹਿਰਦੇ ਅੰਦਰ ਧਾਰਦਾ ਹੈ। ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ। ਪਰਮਾਤਮਾ ਦੇ ਹਿਰਦੇ ਅੰਦਰ ਪ੍ਰੀਤ ਪੈਦਾ ਹੋਵੇ ਤੇ ਹਉਮੈ ਦੀ ਮੈਲ ਚਲੀ ਜਾਂਦੀ ਹੈ, ਜੇ ਹਿਰਦੇ ਅੰਦਰ ਪਿਆਰ ਹੋਵੇ ਤਾਂ। ਸਾਧ ਸੰਗਤ ਜੀ, ਹੰਕਾਰੀ ਮਨੁੱਖ ਕਦੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਨਹੀਂ ਧਾਰਨ ਕਰਦਾ। ਹੰਕਾਰੀ ਮਨੁੱਖ ਹਰ ਸਮੇਂ ਹੰਕਾਰ ਦੀ ਬਦਬੂ ਹੀ ਛੱਡਦਾ ਰਹਿੰਦਾ ਹੈ, ਹਰ ਸਮੇਂ ਹੰਕਾਰ ਦੀ ਬਦਬੂ ਹੀ ਹੰਕਾਰੀ ਬੰਦੇ ਦੇ ਕੋਲ ਆਉਂਦੀ ਰਹਿੰਦੀ ਹੈ। ਉਹ ਹਰ ਸਮੇਂ ਆਪਣਾਤੀ ਜਣਾਉਂਦਾ ਰਹਿੰਦਾ ਹੈ, ਆਪਾ ਭਾਵ ਵੀ ਹਰ ਸਮੇਂ ਜਤਾਉਂਦਾ ਰਹਿੰਦਾ ਹੈ। ਪਰ ਹਜੂਰ ਕਹਿੰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਚਰਨਾਂ ਦੀ ਸੱਚੀ ਪ੍ਰੀਤ ਹੈ, ਉਹਨਾਂ ਦੀ ਹਉਮੈ ਦੀ ਮੈਲ ਵੀ ਚਲੀ ਜਾਂਦੀ ਹੈ। ਉੱਥੇ ਫਿਰ ਭਗਤੀ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰਮੇਸ਼ਰ ਦੇ ਨਾਮ ਬਾਣੀ ਦੀ ਬਖਸ਼ੀ ਹੋਈ ਦਾਰ ਦੀ ਸਾਧ ਸੰਗਤ ਸੁਗੰਧੀ ਆਉਣ ਲੱਗ ਪੈਂਦੀ ਹੈ ਗੁਰਮੁਖਾਂ ਦੇ ਕੋਲੋਂ। ਜਿੱਥੇ ਪ੍ਰਮਾਤਮਾ ਦੇ ਚਰਨਾਂ ਦਾ ਹਿਰਦੇ ਅੰਦਰ ਪਿਆਰ ਪੈਦਾ ਹੋ ਜਾਂਦਾ ਹੈ, ਹਰ ਸਮੇਂ ਪਿਆਰ ਵਿੱਚ ਭਿੱਜ ਕੇ ਨਾਮ ਬਾਣੀ ਦਾ ਜਾਪ ਕਰਦੇ ਹੈ, ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ। ਪਰਮਾਤਮਾ ਦੀ ਪ੍ਰੀਤ ਹਿਰਦੇ ਅੰਦਰ ਪੈਦਾ ਹੋ ਜਾਵੇ ਤੇ ਸਦਾ ਹੀ ਉਜਲ ਸੋਭਾ ਹੁੰਦੀ ਹੈ। ਸੋਭਾ ਭਾਵੇਂ ਸੰਸਾਰ ਦੇ ਅੰਦਰ ਵੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੈ। ਸੰਸਾਰ ਦੇ ਕੋਈ ਉੱਚੇ ਰੁਤਬੇ ਤੇ ਬੈਠ ਜਾਵੇ, ਚੰਗੇ ਮਰਤਬੇ ਦੀ ਪ੍ਰਾਪਤੀ ਕਰ ਲਵੇ, ਚੰਗਾ ਕੋਈ ਸੰਸਾਰ ਦੇ ਅੰਦਰ ਸਾਧ ਸੰਗਤ ਕੰਮ ਕਰ ਦੇਵੇ, ਉਹਨਾਂ ਨੂੰ ਵੀ ਭਾਵੇਂ ਸੋਭਾ ਮਿਲਦੀ ਹੈ, ਪਰ ਮਹਾਰਾਜ ਕਹਿੰਦੇ ਉਹ ਸਦਾ ਵਾਸਤੇ ਰਹਿਣ ਵਾਲੀ ਸੋਭਾ ਨਹੀਂ ਹੈ। ਇਹ ਦੁਨੀਆ ਦੀ ਸੋਭਾ ਕੇਵਲ 4 ਕੁ ਦਿਨਾਂ ਦੀ ਹੈ, ਕੋਈ ਨਹੀਂ ਮੁੜ ਕੇ ਚੇਤੇ ਕਰਦਾ। ਪਰ ਵਾਹਿਗੁਰੂ ਦੇ ਚਰਨਾਂ ਦੇ ਪਿਆਰ ਕਰਕੇ ਜੋ ਸੋਭਾ ਪ੍ਰਾਪਤ ਹੁੰਦੀ ਹੈ, ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਰੂਪ ਸੋਭਾ ਮਿਲ ਜਾਂਦੀ ਹੈ, ਉਹ ਸਦਾ ਵਾਸਤੇ ਰਹਿਣ ਵਾਲੀ ਹੈ। ਸਾਧ ਸੰਗਤ ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੀ ਅਭੇਰਤਾ ਨੂੰ ਪਾਇਆ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੇ ਪਰਮਾਤਮਾ ਨੂੰ ਪਾਇਆ, ਅੱਜ ਵੀ ਉਹਨਾਂ ਦੀ ਸੋਭਾ ਹੋ ਰਹੀ ਹੈ। ਅੱਜ ਵੀ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਸੱਚੀ ਸੋਭਾ ਨੂੰ ਪ੍ਰਾਪਤ ਕੀਤਾ, ਜਿਨ੍ਹਾਂ ਨੇ ਹਿਰਦੇ ਅੰਦਰ ਸੱਚਾ ਪਿਆਰ ਧਾਰਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਰੂਪ ਸੋਭਾ ਪਾ ਲਈ ਹੈ। ਲੋਕ ਪਰਲੋਕ ਵਿੱਚ ਉਹਨਾਂ ਦੀ ਸੋਭਾ ਹੋ ਰਹੀ ਹੈ। ਮਹਾਰਾਜ ਕਹਿੰਦੇ ਇਹ ਸਾਰੀ ਦਾਤ ਪਰਮੇਸ਼ਰ ਦੀ ਪ੍ਰੀਤ ਧਾਰਨ ਕਰਕੇ ਹੈ। ਪ੍ਰਭ ਕੀ ਪ੍ਰੀਤ ਸਤ ਨਿਰਮਲ ਹੋਏ। ਉਹ ਜੀਵ ਦਾ ਜਿਹੜਾ ਜੀਵਨ ਹੈ ਉਜਲ ਹੋ ਜਾਂਦਾ ਹੈ। ਪਰਮਾਤਮਾ ਦਾ ਪਿਆਰ ਹਿਰਦੇ ਵਿੱਚ ਹੋਣੇ ਕਰਕੇ ਨਿਰਮਲ ਸੋਭਾ ਹੁੰਦੀ ਹੈ। ਸੁਨੋ ਮੀਤ ਐਸਾ ਪ੍ਰੇਮ ਪਿਆਰ। ਸੁਨੋ ਮੀਤ, ਹੈ ਮੇਰੇ ਮਿੱਤਰ, ਇਹ ਗੁਰ ਸਿੱਖੋ ਸੁਣਨਾ ਕਰੋ, ਧਿਆਨ ਦੇ ਨਾਲ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਨਾ ਕਰੋ। ਐਸਾ ਜਿਹੜਾ ਹਿਰਦੇ ਅੰਦਰ ਪ੍ਰੇਮ ਧਾਰਨ ਕਰਨਾ ਹੈ, ਸੱਚਾ ਪਿਆਰ ਹਿਰਦੇ ਅੰਦਰ ਧਾਰਨ ਕਰਨਾ ਹੈ। ਜੀ ਪ੍ਰਾਨ ਘਟ ਘਟ ਆਧਾਰ। ਇਹ ਜਾਣੋ ਕਿ ਜੀਵਨ ਦਾ ਆਧਾਰ ਆਸਰਾ ਹੈ। ਘਟ ਘਟ ਆਧਾਰ ਜਿਹੜਾ ਪਰਮੇਸ਼ਰ ਪ੍ਰਾਣਾਂ ਦਾ ਪਤੀ ਪਰਮਾਤਮਾ ਹੈ,
ਅਕਾਲ ਪੁਰਖ ਵਾਹਿਗੁਰੂ ਹੈ ਜੋ ਸਰਬ ਜੀਵਾਂ ਦੇ ਪ੍ਰਾਣਾਂ ਦੀ ਰੱਖਿਆ ਕਰਨ ਵਾਲਾ ਹੈ। ਇਸੇ ਕਰਕੇ ਪ੍ਰਮਾਤਮਾ ਨੂੰ ਪ੍ਰਾਣਾਪਤੀ ਕਿਹਾ ਜਾਂਦਾ ਹੈ ਕਿ ਪ੍ਰਾਣਾਂ ਦਾ ਮਾਲਕ ਉਸ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ, ਪ੍ਰਮਾਤਮਾ ਦੀ ਬਖਸ਼ੀ ਹੋਈ ਅਮੋਲਕ ਸ਼ਕਤੀ ਕਰਕੇ ਹੀ ਪ੍ਰਾਣ ਚੱਲ ਰਹੇ ਨੇ। ਨਹੀਂ ਤੇ ਜੀਵ ਦਾ ਆਪਣਾ ਕੋਈ ਬਲ ਥੋੜ੍ਹਾ ਹੈ। ਕਈ ਵਾਰ ਪਤਾ ਹੀ ਨਹੀਂ ਲੱਗਦਾ, ਬੈਠਿਆਂ ਬੈਠਿਆਂ ਗੱਲਾਂ ਬਾਤਾਂ ਕਰਦੇ ਜੀਵ ਦੇ ਪ੍ਰਾਣ ਨਿਕਲ ਜਾਂਦੇ ਹੈ। ਚੰਗਾ ਭਲਾ ਬੈਠਾ ਹੁੰਦਾ, ਹੱਸ ਰਿਹਾ ਹੁੰਦਾ, ਕੋਈ ਵਿਚਾਰ ਗੱਲਬਾਤ ਕਰ ਰਿਹਾ ਹੁੰਦਾ ਤੇ ਪ੍ਰਾਣ ਪਤਾ ਨਹੀਂ ਲੱਗਦਾ ਸਰੀਰ ਵਿੱਚੋਂ ਨਿਕਲ ਗਏ ਹੁੰਦੇ ਹੈ। ਮਹਾਰਾਜ ਹਜੂਰ ਕਹਿੰਦੇ ਜੋ ਪ੍ਰਾਣਾਂ ਦਾ ਪਤੀ, ਸਰਬ ਜੀਵਾਂ ਦਾ ਦਾਤਾ ਤੇ ਸਭ ਜੀਵਾਂ ਦਾ ਆਸਰਾ ਰੂਪ ਹੈ, ਇਹ ਜੀਵ ਉਸ ਪ੍ਰਮਾਤਮਾ ਦਾ ਤਨ ਕਰਕੇ ਵੀ ਮਨ ਕਰਕੇ ਵੀ ਪ੍ਰੇਮ ਧਾਰਨ ਕਰ ਰਹਾਉ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਪ੍ਰਭ ਕੀ ਪ੍ਰੀਤ ਭਏ ਸਗਲ ਨਿਦਾਨ। ਪਰਮਾਤਮਾ ਦੀ ਪ੍ਰੀਤ ਹਿਰਦੇ ਅੰਦਰ ਹੋਵੇ ਤੇ ਸਾਰੇ ਸ਼ਾਹੀ ਖਜ਼ਾਨੇ ਵੀ ਜੀਵ ਨੂੰ ਪ੍ਰਾਪਤ ਹੋ ਜਾਂਦੇ ਹੈ। ਕਿਉਂਕਿ ਪਰਮਾਤਮਾ ਦਾ ਪਿਆਰ ਹਿਰਦੇ ਅੰਦਰ ਹੋਵੇ ਤਾਂ ਹੀ ਸਾਧ ਸੰਗਤ ਹਿਰਦੇ ਹੋ ਕੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਨਹੀਂ ਤਾਂ ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜਿਹੜਾ ਬੰਦਾ ਬੱਧਾ ਚੱਟੀ ਭਰਦਾ ਹੈ, ਕੇਵਲ ਨਾਮ ਮਾਤਰ ਹੀ ਪੂਰਾ ਕਰਦਾ, ਉਹ ਹਿਰਦਿਓਂ ਪਿਆਰ ਨਹੀਂ ਹੈ। ਜਿੱਥੇ ਹਿਰਦਿਓਂ ਪਿਆਰ ਹੋਵੇ ਨਾ, ਉੱਥੇ ਸਾਰੇ ਬੰਨਿਓ ਧਿਆਨ ਹਟਾ ਕੇ ਬੜੇ ਗਹੁ ਦੇ ਨਾਲ ਉੱਥੇ ਸਾਧ ਸੰਗਤ ਜੀ ਵਿਚਾਰ ਕੀਤੀ ਜਾਂਦੀ ਹੈ ਜਾਂ ਵਿਚਾਰ ਨੂੰ ਸੁਣਿਆ ਜਾਂਦਾ ਹੈ। ਤੇ ਜਿੱਥੇ ਪਿਆਰ ਨਾ ਹੋਵੇ, ਉੱਥੇ ਸੁਣਿਆ ਹੋਇਆ ਵੀ ਅਣਸੁਣਿਆ ਕੀਤਾ ਜਾਂਦਾ, ਦੇਖਿਆ ਵੀ ਅਣਡਿੱਠ ਕਰ ਦਿੱਤਾ ਜਾਂਦਾ, ਦੇਖਦਿਆਂ ਹੋਇਆਂ ਵੀ ਬੰਦਾ ਅਣਡਿੱਠ ਕਰ ਦਿੰਦਾ, ਕਿਉਂਕਿ ਉੱਥੇ ਪਿਆਰ ਨਹੀਂ ਹੈ। ਤੇ ਜਿੱਥੇ ਪਿਆਰ ਹੋਵੇ ਉੱਥੇ ਖਿੱਚ ਬਣੀ ਹੁੰਦੀ ਹੈ। ਜੇ ਗੁਰੂ ਚਰਨਾਂ ਦਾ ਪਿਆਰ ਹਿਰਦੇ ਵਿੱਚ ਹੋਵੇ ਤੇ ਮਹਾਰਾਜ ਜੀ ਦਾ ਹਰ ਇੱਕ ਬਚਨ ਬੜੇ ਪਿਆਰ ਦੇ ਨਾਲ ਫਿਰ ਸਾਧ ਸੰਗਤ ਜੀ ਪੜ੍ਹਿਆ ਜਾਂਦਾ ਹੈ। ਹਰ ਇੱਕ ਬਚਨ ਬੜੇ ਪਿਆਰ ਭਾਵਨਾ ਦੇ ਨਾਲ ਧਿਆਨ ਦੇ ਕਰਕੇ ਸੁਣਿਆ ਜਾਂਦਾ ਹੈ ਕਿ ਮੇਰੇ ਸਤਿਗੁਰੂ ਜੀ ਮੈਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਤਿਗੁਰੂ ਜੀ ਮੈਨੂੰ ਸਮਝਾ ਰਹੇ ਨੇ, ਗਰੀਬ ਨਵਾਜ ਸਤਿਗੁਰੂ ਜੀ ਮੈਨੂੰ ਸਿੱਖਿਆ ਦੇ ਰਹੇ ਹੈ, ਮੈਨੂੰ ਜੀਵਨ ਜੁਗਤੀ ਦੀ ਦਾਤ ਦੱਸ ਰਹੇ ਹੈ। ਮੈਂ ਹੋਰ ਪਾਸੇ ਕਿਉਂ ਧਿਆਨ ਦੇਵਾਂ? ਕਿਉਂਕਿ ਉੱਥੇ ਪਿਆਰ ਹਿਰਦੇ ਵਿੱਚ ਹੁੰਦਾ ਹੈ, ਖਿੱਚ ਬਣੀ ਹੁੰਦੀ ਹੈ। ਤੇ ਮਹਾਰਾਜ ਹਜੂਰ ਕਹਿੰਦੇ ਜਿੱਥੇ ਪਿਆਰ ਨਾ ਹੋਵੇ, ਉੱਥੇ ਸੁਣਦਾ ਹੋਇਆ ਵੀ ਮਨੁੱਖ ਅਣਸੁਣਿਆ ਕਰ ਦਿੰਦਾ, ਧਿਆਨ ਨਹੀਂ ਵਿੱਚ ਦਿੰਦਾ। ਤੇ ਜੇ ਹਿਰਦੇ ਅੰਦਰ ਪਿਆਰ ਹੈ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਆ ਕੇ ਨਿਵਾਸ ਕਰ ਜਾਂਦਾ ਹੈ। ਤੇ ਜਿੱਥੇ ਨਾਮ ਹਿਰਦੇ ਵਿੱਚ ਆਵੇ, ਉੱਥੇ ਕੋਈ ਖਜ਼ਾਨੇ ਦੀ, ਕੋਈ ਦੁਨੀਆ ਦੀ ਕੋਈ ਸਾਧ ਸੰਗਤ ਜੀ ਤੋੜ ਨਹੀਂ ਰਹਿਣਾ ਕਰਦੇ। ਕਿਉਂਕਿ ਮਹਾਰਾਜ ਜੀ ਦਾ ਬਚਨ ਹੈ ਕਿ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਹਿਰਦੀਆਂ ਸਿੱਧੀਆਂ ਕਰਾਮਾਤਾਂ, ਦੁਨੀਆ ਦੇ ਸ਼ਾਹੀ ਖਜ਼ਾਨੇ, ਇਹ ਕਰਾਮਾਤਾਂ ਸਭ ਉਹਨਾਂ ਗੁਰਮੁਖਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਕਿ ਸਾਨੂੰ ਧਾਰਨ ਕਰ ਲਓ। ਪਰ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਖਜ਼ਾਨੇ ਨੂੰ ਧਾਰਨ ਕਰਕੇ ਰੱਖਦੇ ਹੈ ਕਿ ਮਤਾਂ ਕਿਤੇ ਦੁਨੀਆ ਦੇ ਪਦਾਰਥਾਂ ਸ਼ਕਤੀਆਂ ਵਿੱਚ ਮਨ ਪਰਜ ਕੇ ਪਰਮਾਤਮਾ ਦਾ ਪਿਆਰ ਹੀ ਨਾ ਸਾਡੇ ਹਿਰਦੇ ਵਿੱਚੋਂ ਚਲਾ ਜਾਵੇ। ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਪ੍ਰਭ ਕੀ ਪ੍ਰੀਤ ਭਾਈ ਸਗਲ ਨਿਧਾਨ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਪਿਆਰ ਲੱਗਾ ਹੈ, ਉਹਨਾਂ ਨੂੰ ਸਭ ਖਜ਼ਾਨੇ ਪ੍ਰਾਪਤ ਹੋ ਗਏ ਹਨ। ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ। ਪਰਮਾਤਮਾ ਦੇ ਹਿਰਦੇ ਅੰਦਰ ਪ੍ਰੀਤ ਧਾਰਨ ਕਰਕੇ ਹੀ ਹਿਰਦਾ ਨਿਰਮਲ ਹੁੰਦਾ ਹੈ ਤੇ ਨਿਰਮਲ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਨਿਵਾਸ ਕਰਦਾ ਹੈ। ਜਿੱਥੇ ਸਾਧ ਸੰਗਤ ਜੀ ਗੰਦਗੀ ਹੋਵੇ ਜਾਂ ਜਿੱਥੇ ਕੂੜਾ ਕਰਕਟ ਹੋਵੇ, ਉੱਥੇ ਘਰ ਵਿੱਚ ਮਹਿਮਾਨ ਵੀ, ਕੋਈ ਰਿਸ਼ਤੇਦਾਰ ਵੀ ਆ ਕੇ ਬੈਠਣ ਨੂੰ ਉਹਦਾ ਚਿੱਤ ਨਹੀਂ ਕਰਦਾ। ਤੇ ਜਿੱਥੇ ਸਫਾਈ ਹੋਵੇ, ਉੱਥੇ ਹਰ ਕਿਸੇ ਦਾ ਬੈਠਣ ਨੂੰ ਚਿੱਤ ਕਰਦਾ ਹੈ। ਮਹਾਰਾਜ ਕਹਿੰਦੇ ਜਿਸ ਹਿਰਦੇ ਅੰਦਰ ਵਿਸ਼ਿਆਂ ਵਿਕਾਰਾਂ ਔਗਣਾਂ ਦੀ ਗੰਦਗੀ ਖਿਦਰੀ ਹੋਵੇ, ਹਉਮੈ ਦੀ ਬਦਬੂ ਆ ਰਹੀ ਹੋਵੇ, ਉੱਥੇ ਪ੍ਰਮਾਤਮਾ ਕਦੇ ਆ ਕੇ ਨਿਵਾਸ ਨਹੀਂ ਕਰਦਾ। ਜੇ ਹਿਰਦੇ ਨੂੰ ਉਜਲ ਕੀਤਾ ਹੋਵੇ, ਪਰਮੇਸ਼ਰ ਦਾ ਨਾਮ ਜਪ ਜਪ ਕਰਕੇ ਪ੍ਰੇਮ ਰੂਪ ਜਲ ਦੇ ਨਾਲ ਹਿਰਦੇ ਨੂੰ ਸਾਫ਼ ਕੀਤਾ ਹੋਵੇ, ਹਿਰਦੇ ਰੂਪ ਘਰ ਨੂੰ ਨਿਰਮਲ ਬਣਾਇਆ ਹੋਵੇ, ਪਰਮਾਤਮਾ ਉੱਥੇ ਆ ਕਰਕੇ ਫਿਰ ਨਿਵਾਸ ਕਰਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹੈ, ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ। ਉਜਲ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ
ਜੇ ਹਿਰਦੇ ਅੰਦਰ ਸੱਚੀ ਪ੍ਰੀਤ ਧਾਰਨ ਕਰੇ। ਪ੍ਰਭ ਕੀ ਪ੍ਰੀਤ ਸਾਧ ਸੋਭਾਵੰਤ। ਐ ਗੁਰਸਿੱਖੋ, ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ, ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਸਦੀਵੀ ਕਾਲ ਵਾਸਤੇ ਸੋਭਾ ਵਾਲਾ, ਸੋਭਾ ਦੀ ਦਾਤ ਦੇਣ ਵਾਲਾ ਹੈ। ਸੰਸਾਰ ਦੇ ਅੰਦਰ ਸੋਭਾ ਬਖਸ਼ਿਸ਼ ਕਰਨ ਵਾਲਾ ਹੈ, ਲੋਕ ਪਰਲੋਕ ਦੇ ਵੀ ਸੱਚੀ ਸੋਭਾ ਦੇਣ ਵਾਲਾ ਹੈ। ਜੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੈ, ਸਭ ਥਾਵਾਂ ਤੇ ਸੋਭਾ ਪ੍ਰਾਪਤ ਹੁੰਦੀ ਹੈ ਜੇ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰੇ। ਗਰੀਬ ਨਵਾਜ ਮਹਾਰਾਜ ਕਹਿੰਦੇ ਐਸੀ ਸੋਭਾ ਪ੍ਰਾਪਤ ਹੁੰਦੀ ਹੈ ਜੋ ਰਹਿੰਦੀ ਦੁਨੀਆ ਤੱਕ ਸੰਸਾਰ ਦੇ ਲੋਕ ਯਾਦ ਕਰਦੇ ਹਨ। ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤਾ। ਪਰਮਾਤਮਾ ਦੀ ਪ੍ਰੀਤ ਧਾਰਨ ਕਰਨ ਕਰਕੇ ਗੁਰਮੁਖਾਂ ਦੇ ਮਨ ਵਿੱਚੋਂ ਸਭ ਪ੍ਰਕਾਰ ਦੀ ਚਿੰਤਾ ਦਾ ਦੁੱਖ ਝੂਰਨਾ ਉਹ ਮਿਟ ਗਿਆ ਹੈ। ਜੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਧਾਰਨ ਕੀਤਾ ਹੈ, ਸਭ ਮਿਟੀ ਹੈ ਚਿੰਤ, ਸਭ ਪ੍ਰਕਾਰ ਦੀਆਂ ਚਿੰਤਾਵਾਂ ਪਰਮਾਤਮਾ ਨੇ ਮਿਟਾ ਦਿੱਤੀਆਂ ਨੇ। ਪਰਮੇਸ਼ਰ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖ ਕੇ ਜੀਵਨ ਨਿਰਵਾਹ ਕਰਦਾ ਹੈ ਕਿ ਜਿਸ ਪਰਮਾਤਮਾ ਦੇ ਚਰਨਾਂ ਦਾ ਪਿਆਰ ਧਾਰਨ ਕੀਤਾ ਹੈ, ਉਹ ਪਰਮਾਤਮਾ ਕਦੇ ਵੀ ਮੈਨੂੰ ਆਂਚ ਨਹੀਂ ਆਉਣ ਦੇਵੇਗਾ। ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਹੈ, ਪਾਲਣਾ ਕਰਦਾ ਹੈ। ਵਾਹਿਗੁਰੂ ਮੇਰੇ ਤੇ ਵੀ ਬਖਸ਼ਿਸ਼ ਕਰੇਗਾ, ਮੇਰੀ ਆਪ ਕਿਰਪਾ ਕਰਕੇ ਰੱਖਿਆ ਕਰੇਗਾ। ਪ੍ਰਭ ਕੀ ਪ੍ਰੀਤ ਇਹ ਭਵ ਜਲ ਤਰੈ। ਪਰਮੇਸ਼ਰ ਦੀ ਸੱਚੀ ਪ੍ਰੀਤ ਹਿਰਦੇ ਵਿੱਚ ਧਾਰਨ ਕਰਨ ਨਾਲ ਭੈਦਾਇਕ ਸੰਸਾਰ ਸਾਗਰ ਤੋਂ ਵੀ ਤਰ ਜਾਈਦਾ ਹੈ, ਜਿਸ ਤੋਂ ਤਰਨਾ ਬੜਾ ਕਠਿਨ ਹੈ, ਬਹੁਤ ਦੁੱਤਰ ਹੈ, ਬਹੁਤ ਔਖਾ ਹੈ। ਭਗਤ ਨਾਮਦੇਵ ਜੀ ਦਾ ਗੁਰਬਾਣੀ ਵਿੱਚ ਪਾਵਨ ਫਰਮਾਨ ਹੈ, ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਮੇਰੇ ਮਾਲਕ ਪਰਮਾਤਮਾ, ਸਾਨੂੰ ਤੈਰਨ ਦੀ ਜਾਚ ਨਹੀਂ, ਕਿਵੇਂ ਪੈਦਾ ਇੱਕ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ, ਕਿਵੇਂ ਮੁਕਤੀ ਰੂਪ ਕਿਨਾਰੇ ਤੇ ਪਹੁੰਚੀਦਾ, ਬੜਾ ਔਖਾ ਹੈ। ਲੋਭ ਰੂਪੀ ਲਹਿਰਾਂ ਨੇ ਵੱਡੀਆਂ ਵੱਡੀਆਂ, ਫਿਰ ਮਹਾਰਾਜ ਆਸਾ ਤ੍ਰਿਸ਼ਨਾ ਦੀਆਂ ਤਰੰਗਾਂ ਨੇ, ਕਾਮ ਕ੍ਰੋਧ ਹੰਕਾਰ ਰੂਪੀ ਵੱਡੇ ਵੱਡੇ ਮਗਰਮਾਸ਼ੇ ਜਿਉਂਦੇ ਮਹਾਰਾਜ ਜੀਵ ਨੂੰ ਨਿਗਲ ਲੈਂਦੇ ਹੈ। ਫਿਰ ਅਸੀਂ ਕਿਵੇਂ ਇਹਦੇ ਤੋਂ ਪਾਰ ਹੋ ਸਕਦੇ ਆ? ਨਾਮਾ ਕਹੈ ਹਉ ਤਰ ਭੀ ਨਾ ਜਾਣਾ, ਮੋਕਉ ਬਾਹ ਦੇਹ ਬੀਠਲਾ। हे ਮੇਰੇ ਮਾਲਕ, ਕਿਰਪਾ ਰੂਪੀ ਬਾਹ ਫੜਾ, ਕਿਰਪਾ ਰੂਪੀ ਬਾਹ ਫੜਾ, ਤਾਂ ਹੀ ਮਹਾਰਾਜ ਅਸੀਂ ਭਵ ਸਾਗਰ ਤੋਂ ਪਾਰ ਹੋ ਸਕਾਂਗੇ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਪ੍ਰਭ ਕੀ ਪ੍ਰੀਤ ਇਹੋ ਭਵ ਜਲ ਤਰੈ। ਪਰਮਾਤਮਾ ਦੀ ਸੱਚੀ ਪ੍ਰੀਤ ਹੋਵੇ ਤੇ ਭੈਦਾਇਕ ਸੰਸਾਰ ਸਾਗਰ ਤੋਂ ਵੀ ਜੀਵ ਤਰ ਜਾਂਦਾ ਹੈ। ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ। ਪਰਮਾਤਮਾ ਦੀ ਪ੍ਰੀਤ ਹਿਰਦੇ ਵਿੱਚ ਹੋਵੇ ਤੇ ਜਮਾਂ ਦਾ ਭੈ ਵੀ ਦੂਰ ਹੋ ਜਾਂਦਾ ਹੈ, ਜਮਾਂ ਦਾ ਡਰ ਵੀ ਜੀਵ ਦਾ ਖਤਮ ਹੋ ਜਾਂਦਾ ਹੈ। ਨਹੀਂ ਤਾਂ ਹਰ ਸਮੇਂ ਬਾਰ-ਬਾਰ ਜਮਾਂ ਤੋਂ ਹੀ ਡਰ ਧਾਰਨ ਕਰਕੇ ਰੱਖਦਾ ਹੈ। ਬਾਰ-ਬਾਰ ਜਮਾਂ ਦਾ ਮਨ ਵਿੱਚ ਭੈ ਬਣਿਆ ਰਹਿੰਦਾ ਕਿ ਜਮ ਬੜੀਆਂ ਬੜੀਆਂ ਭੈੜੀਆਂ ਸੁਝਾਵਾਂ ਦਿੰਦੇ ਹੈ। ਪਾਪ ਕਰਮ ਕਰਦਾ, ਬਾਅਦ ਵਿੱਚ ਪਛਤਾਤਾਪ ਕਰਦਾ, ਝੂਰਦਾ ਰਹਿੰਦਾ ਕਿ ਜਮਾਂ ਦੇ ਵਸ ਪੈ ਗਿਆ ਤੇ ਮੈਨੂੰ ਬੜਾ ਦੁਖੀ ਹੋਣਾ ਪਵੇਗਾ। ਪਰ ਜੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਮਹਾਰਾਜ ਕਹਿੰਦੇ ਜਮਾਂ ਦਾ ਭੈ ਵੀ ਜੀਵ ਦਾ ਦੂਰ ਹੋ ਜਾਂਦਾ ਹੈ, ਜਮਾਂ ਦਾ ਖੌਫ ਵੀ ਜੀਵ ਦਾ ਚਲਾ ਜਾਂਦਾ ਹੈ। ਮਨ ਵਿੱਚ ਭਾਵਨਾ ਬਣ ਜਾਂਦੀ, ਆਤਮ ਵਿਸ਼ਵਾਸ ਹੋ ਜਾਂਦਾ ਹੈ ਕਿ ਜਮ ਉਹਨਾਂ ਦੇ ਨੇੜੇ ਨਹੀਂ ਜਾਂਦੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗਾ ਹੁੰਦਾ ਹੈ, ਜੋ ਵਾਹਿਗੁਰੂ ਨੂੰ ਹਿਰਦੇ ਹੋ ਕੇ ਯਾਦ ਕਰਦੇ ਹਨ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹਣਾ ਹਉ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਹ ਦੂਤ। ਧਰਮ ਰਾਜਾ ਵੀ ਆਪਣੇ ਦੂਤਾਂ ਨੂੰ ਮਨਾਹੀ ਕਰਦਾ ਹੈ। ਐਸਾ ਮਹਾਰਾਜ ਕਹਿੰਦੇ ਭਰੋਸਾ ਵੱਧ ਜਾਂਦਾ ਹੈ, ਜਿਸ ਕਰਕੇ ਜਮਾਂ ਦਾ ਭੈ ਵੀ ਜੀਵ ਦਾ ਚਲਾ ਜਾਂਦਾ ਹੈ। ਫਿਰ ਦੁਖਦਾਇਕ ਵਿਕਾਰਾਂ ਰੂਪੀ ਜਮ ਵੀ ਸਾਧ ਸੰਗਤ ਜੀ ਜੀਵ ਨੂੰ ਸਤਾਉਂਦੇ ਨਹੀਂ ਹੈ। ਵਿਕਾਰਾਂ ਦਾ, ਔਗਣਾਂ ਦਾ, ਪਾਪ ਕਰਮਾਂ ਦਾ ਭੈ ਵੀ ਜੀਵ ਦੇ ਹਿਰਦੇ ਵਿੱਚੋਂ ਚਲਾ ਜਾਂਦਾ ਹੈ, ਕਿਉਂਕਿ ਹਿਰਦੇ ਅੰਦਰ ਪਰਮਾਤਮਾ ਦਾ ਚਰਨਾਂ ਦਾ ਸੱਚਾ ਪਿਆਰ ਧਾਰਨ ਕੀਤਾ ਹੈ। ਪ੍ਰਭ ਕੀ ਪ੍ਰੀਤ ਸਗਲ ਉਧਾਰੈ। ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਹਿਰਦੇ ਵਿੱਚ ਹੋਵੇ, ਜੀਵ ਆਪਣੇ ਸੰਗੀ ਸਾਥੀਆਂ ਦਾ ਸਭਨਾਂ ਦਾ ਉਧਾਰ ਕਰ ਦਿੰਦਾ ਹੈ, ਡੁੱਬਦਿਆਂ ਹੋਇਆਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ।
ਕੁਰਾਹੇ ਪਿਆ ਹੋਇਆਂ ਨੂੰ ਸਿੱਧੇ ਰਸਤੇ ਪਾ ਕੇ ਪਰਮਾਰਥ ਦੇ ਰਸਤੇ ਤੇ ਚਲਾ ਕੇ ਉਹਨਾਂ ਦਾ ਵੀ ਭਲਾ ਕਰ ਦਿੰਦਾ ਹੈ। ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ। हे ਜੀਵ, ਪਰਮਾਤਮਾ ਦੀ ਪ੍ਰੀਤ ਹੀ ਤੇਰੇ ਨਾਲ ਚੱਲਣ ਵਾਲੀ ਹੈ। ਪਰਮਾਤਮਾ ਦੇ ਘਰ ਵਿੱਚ ਪਰਲੋਕ ਘਰ ਦੇ ਵੀ ਤੇਰੇ ਨਾਲ ਨਿਭਣ ਵਾਲੀ ਹੈ। ਹੋਰ ਜਿੰਨਾ ਵੀ ਦੁਨੀਆ ਦਾ ਪਿਆਰ ਹੈ, ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਸਾਰੇ ਦਾ ਸਾਰਾ ਹੀ ਦੁਨੀਆ ਦਾ ਪਿਆਰ ਝੂਠਾ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮਹਾਰਾਜ ਕਹਿੰਦੇ ਹਰ ਕੋਈ ਆਪਣਾ ਸਵਾਰਥ ਦੇਖ ਕਰਕੇ ਨੇੜੇ ਟੋਕ ਕਰਕੇ ਬੈਠਦਾ ਹੈ। ਜਿੰਨਾ ਚਿਰ ਕੋਈ ਸਵਾਰਥ ਹੈ, ਹਰ ਕੋਈ ਕਹਿੰਦਾ ਕਿ ਸਾਡਾ ਪੁੱਤ ਹੈ, ਸਾਡਾ ਭਤੀਜ ਹੈ। ਕਿੰਨਾ ਸਾਧ ਸੰਗਤ ਜੀ ਚਾਅ ਕੀਤਾ ਜਾਂਦਾ ਹੈ, ਪਰ ਕਿੰਨਾ ਸਮਾਂ ਜਿੰਨਾ ਚਿਰ ਕੋਈ ਮਤਲਬ ਹੈ, ਕੋਈ ਸਵਾਰਥ ਹੈ। ਜਦੋਂ ਦੇਖਿਆ ਕਿ ਹੁਣ ਇਹਦੇ ਤੋਂ ਸਵਾਰਥ ਕੋਈ ਵੀ ਸਾਨੂੰ ਨਹੀਂ ਹੈ, ਫਿਰ ਤਾਂ ਸੰਗ ਛੋੜ ਸਭ ਭਾਗੇ, ਹਰ ਕੋਈ ਸਾਧ ਛੱਡ ਕਰਕੇ ਭੱਜ ਜਾਂਦਾ ਹੈ। ਮਹਾਰਾਜ ਜੀ ਦਾ ਬਚਨ ਆਉਂਦਾ ਹੈ ਕਿ ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀ ਸਿਹ ਮਨ ਮੇਰੇ, ਤੇ ਸਭ ਆਪਣੇ ਸਵਾਈ ਮਿਲਾਸਾ। ਜਿਤ ਦਿਨ ਉਨ ਕਾ ਸੁਭਾਵ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੋਕਾਸਾ। ਜਦੋਂ ਨਿਰਸਵਾਰਥ ਦੇਖ ਲੈਂਦੇ ਆ ਨਾ, ਫਿਰ ਕੋਈ ਵੀ ਨੇੜੇ ਟੋਕ ਕਰਕੇ ਨਹੀਂ ਬੈਠਦਾ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੈ, ਬਿਬਦ ਪਰੀ ਸਭ ਹੀ ਸੰਗ ਛਾੜਿਤ ਕੋ ਨਾ ਆਵਤ ਨੇਰੈ। ਬਿਬਦਾ ਸਮੇਂ ਔਕੜ ਦੇ ਸਮੇਂ ਕੋਈ ਵੀ ਨੇੜੇ ਨਹੀਂ ਟੋਕ ਕਰਕੇ ਬੈਠਦਾ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਦੁਨੀਆ ਦਾ ਝੂਠਾ ਪਿਆਰ, ਪਦਾਰਥਾਂ ਦਾ, ਧਨ ਦਾ, ਸਖੇ ਸੰਬੰਧੀਆਂ ਦਾ ਸਭ ਇੱਥੇ ਰਹਿ ਜਾਣ ਵਾਲੇ ਹੈ। ਨਾਲ ਜਾਣ ਵਾਲਾ ਹੈ ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ। ਜੀਵ ਤੇਰੇ ਨਾਲ ਪਰਮੇਸ਼ਰ ਦਾ ਪਿਆਰ ਚੱਲਣ ਵਾਲਾ ਹੈ, ਵਾਹਿਗੁਰੂ ਦਾ ਪਿਆਰ ਤੇਰੇ ਨਾਲ ਨਿਭਣ ਵਾਲਾ ਹੈ, ਲੋਕ ਪਰਲੋਕ ਵਿੱਚ ਤੇਰੇ ਨਾਲ ਜਾਣ ਵਾਲਾ ਹੈ। ਆਪੋ ਕੋਈ ਮਿਲੈ ਨਾ ਭੂਲੈ। ਜੇ ਕੋਈ ਮਨੁੱਖ ਆਪੋ ਵਿੱਚ ਚਾਹਵਾਨ ਕਰੇ, ਚਾਹਤ ਕਰੇ ਕਿ ਮੈਂ ਪਰਮੇਸ਼ਰ ਦੇ ਪਿਆਰ ਤੋਂ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਕਰ ਲਵਾਂਗਾ, ਆਪ ਕੋ ਦੁਨੀਆ ਦਾ ਸਾਧਨ ਕਰ ਕਰਕੇ ਪਰਮੇਸ਼ਰ ਨੂੰ ਪਾ ਲਵਾਂਗਾ, ਮਹਾਰਾਜ ਕਹਿੰਦੇ ਹੋ ਜਾਣੋ ਕਿ ਭੁੱਲਾ ਹੋਇਆ ਹੀ ਫਿਰ ਰਿਹਾ ਹੈ, ਬੇਸਮਝ ਹੈ, ਅਗਿਆਤ ਹੈ। ਆਪਹੁ ਕੋਈ ਮਿਲੈ ਨਾ ਭੁੱਲੈ, ਉਹ ਜਾਣੋ ਕਿ ਭੁੱਲਾ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਤੋਂ ਬਿਨਾ ਕੋਈ ਆਪੋ ਵਿੱਚ ਪਰਮਾਤਮਾ ਦੇ ਨਾਲ ਨਹੀਂ ਮਿਲ ਸਕਦਾ। ਆਪਣੇ ਬਲ ਦੇ ਨਾਲ, ਦੁਨੀਆ ਦੇ ਸਾਧਨ ਕਰਨ ਦੇ ਨਾਲ ਕਦੇ ਪਰਮੇਸ਼ਰ ਦੇ ਨਾਲ ਮਿਲ ਨਹੀਂ ਸਕਦਾ। ਜਿਸ ਕਿਰਪਾਲ ਤਿਸ ਸਾਧ ਸੰਗ ਕੂਲੈ। ਜਿਸ ਤੇ ਪਰਮਾਤਮਾ ਦੀ ਕਿਰਪਾਲਤਾ ਹੋ ਜਾਂਦੀ ਹੈ, ਉਹ ਸਾਧ ਸੰਗਤ ਵਿੱਚ ਆ ਕੇ ਘੁਲਦਾ, ਭਾਵ ਪਿਆਰ ਦੇ ਨਾਲ ਆ ਕੇ ਜੁੜਦਾ ਹੈ। ਉਹਦਾ ਮਨ ਸਤ ਸੰਗਤ ਵਿੱਚ ਆ ਕੇ ਘੁਲ ਜਾਂਦਾ, ਘੁਲ ਮਿਲ ਜਾਂਦਾ ਹੈ। ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕੇ ਉਹ ਹਿਰਦਿਓਂ ਹੋ ਕੇ ਜੁੜਦਾ ਹੈ। ਜਿਸ ਤੇ ਪਰਮਾਤਮਾ ਦੀ ਕਿਰਪਾਲਤਾ ਹੋ ਜਾਂਦੀ ਹੈ, ਵਾਹਿਗੁਰੂ ਦੀ ਮਿਹਰ ਕਰਕੇ ਹੀ ਸਤ ਸੰਗਤ ਵਿੱਚ ਆ ਕੇ ਜੁੜਿਆ ਜਾਂਦਾ ਹੈ। ਨਹੀਂ ਤੇ ਸਾਧ ਸੰਗਤ ਜੀ ਮਨ ਹਰ ਸਮੇਂ ਨਾ ਸਤ ਸੰਗਤ ਵਿੱਚੋਂ ਭੱਜਣ ਦਾ ਹੀ ਬਾਰ-ਬਾਰ ਸੋਚਦਾ ਰਹਿੰਦਾ ਹੈ ਕਿ ਜਾਂ ਮਨ ਝੂਠਾ ਹੀ ਹੋ ਜਾਵੇ, ਨਾ ਹੀ ਸਤ ਸੰਗਤ ਵਿੱਚ ਬੈਠਣਾ ਪਵੇ, ਨਾ ਹੀ ਮਹਾਰਾਜ ਜੀ ਦਾ ਉਪਦੇਸ਼ ਸੁਣਨਾ ਪਵੇ। ਮਨ ਹਰ ਸਮੇਂ ਬਾਰ-ਬਾਰ ਅਵੇਸਲਾ ਹੀ ਹੁੰਦਾ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਜਿਸ ਜੀਵ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ, ਉਹ ਸਾਧ ਸੰਗ ਘੁਲੈ, ਉਹ ਹਿਰਦੇ ਹੋ ਕੇ ਘੁਲ ਮਿਲ ਕਰਕੇ ਪਿਆਰ ਦੇ ਨਾਲ ਮਹਾਰਾਜ ਦੀ ਸਤ ਸੰਗਤ ਵਿੱਚ ਜੁੜਦਾ ਹੈ। ਕਹੁ ਨਾਨਕ ਤੇਰਾ ਕੁਰਬਾਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ, हे ਪ੍ਰਮਾਤਮਾ, ਆਪ ਜੀ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਮਹਾਰਾਜ ਆਪ ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਸੰਤ ਓਟ ਪ੍ਰਭ ਤੇਰਾ ਤਾਣਾ। ਹੈ ਪ੍ਰਮਾਤਮਾ, ਆਪ ਦੇ ਪਿਆਰੇ ਜੋ ਸਤਿਪੁਰਸ਼ ਹੈ ਨਾ, ਸੰਤ ਮਹਾਂਪੁਰਸ਼ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਹੈ, ਤਿੰਨਾਂ ਨੂੰ ਮਹਾਰਾਜ ਇਸ ਲੋਕ ਵਿੱਚ ਵੀ ਆਪ ਜੀ ਦੇ ਚਰਨਾਂ ਦਾ ਆਸਰਾ ਹੈ, ਪਰ ਲੋਕ ਵਿੱਚ ਵੀ ਮਹਾਰਾਜ ਆਪ ਜੀ ਦੇ ਚਰਨਾਂ ਦਾ ਆਸਰਾ ਤੱਕਿਆ। ਮਨ ਕਰਕੇ ਮਹਾਰਾਜ ਤੁਹਾਡਾ ਬਲ ਹੈ, ਤਨ ਕਰਕੇ ਵੀ ਤੁਹਾਡਾ ਹੀ ਤਾਣ ਆਸਰਾ ਧਾਰਨ ਕੀਤਾ ਹੋਇਆ ਹੈ। ਭਾਵ ਲੋਕ ਪਰਲੋਕ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਤੱਕਣਾ ਕਿ ਇੱਕ ਵਾਹਿਗੁਰੂ ਪਰਮਾਤਮਾ ਹੀ ਹੈ ਜੋ ਦੋਹਾਂ ਲੋਕਾਂ ਵਿੱਚ ਸਾਡੀ ਰੱਖਿਆ ਕਰਨ ਵਾਲਾ ਹੈ। ਇੱਕ ਪਰਮੇਸ਼ਰ ਹੈ ਜੋ ਸਾਡਾ ਸਹਾਇਕ ਬਣਨ ਵਾਲਾ ਹੈ। ਇੱਕ ਪਰਮਾਤਮਾ ਹੈ ਜਿਸ ਤੋਂ ਹਰ ਕੋਈ ਜੀਵ ਬਲ ਪ੍ਰਾਪਤ ਕਰਦਾ ਹੈ।
ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਬਚਨ ਪੜ੍ਹਦੇ ਆ ਨਾ, हे ਪ੍ਰਮਾਤਮਾ ਤੈਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਵੱਡੇ ਵੱਡੇ ਮੁਨ ਦੇਵ ਤੇ ਕਈ ਯੁਗ ਤਿਨੀ ਤਨ ਧਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਮਹਾਰਾਜ ਜੇ ਦੇਵੀ ਸ਼ਕਤੀਆਂ ਨੇ ਬਲ ਪ੍ਰਾਪਤ ਕੀਤਾ, हे ਪ੍ਰਮਾਤਮਾ ਉਹਨਾਂ ਵੀ ਆਪ ਜੀ ਤੋਂ ਹੀ ਬਲ ਮੰਗਿਆ ਹੈ। ਕਿਸੇ ਨੇ ਤਨ ਕਰਕੇ ਬਲ ਮੰਗਿਆ, ਕਿਸੇ ਨੇ ਮਨ ਕਰਕੇ ਆਤਮਿਕ ਬਲ ਮੰਗਿਆ। ਜੋ ਵੀ ਕਿਸੇ ਨੇ ਬਲ ਪਾਇਆ ਪਰਮੇਸ਼ਰ ਆਪ ਜੀ ਦੇ ਚਰਨਾਂ ਵਿੱਚ ਜੋਦੜੀਆਂ ਕਰ ਕਰਕੇ ਹੀ ਪਾਇਆ ਹੈ। ਬੰਦਗੀ ਕਰ ਕਰਕੇ, ਜੀਵਨ ਵਿੱਚ ਅਭਿਆਸ ਕਰ ਕਰਕੇ ਪ੍ਰਾਪਤ ਕੀਤਾ ਹੈ, ਆਪੋ ਵਿੱਚ ਕਿਸੇ ਨੇ ਬਲ ਨਹੀਂ ਪ੍ਰਾਪਤ ਕੀਤਾ। ਇਸ ਲਈ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਇਹ ਨਿਸ਼ਚਾ ਹੈ, ਪਰਮਾਤਮਾ ਤੇ ਅਟਲ ਭਰੋਸਾ ਹੈ। ਮਨ ਬਾਣੀ ਸਰੀਰ ਕਰਕੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਰੱਖਦੇ ਹੈ। ਮਹਾਰਾਜ ਸਾਡੇ ਮਨ ਨੂੰ ਇਕਾਗਰ ਕਰਨ ਵਾਲੇ ਵੀ ਆਪ ਹੋ। ਮਹਾਰਾਜ ਤਨ ਨੂੰ ਵੀ ਆਪ ਹੀ ਕਿਰਪਾ ਕਰਕੇ ਚਲਾਉਣ ਵਾਲੇ ਹੋ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਐਸਾ ਨਿਸ਼ਚਾ ਮਨ ਵਿੱਚ ਬਣਿਆ ਰਹਿੰਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਸਰਬੱਤ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਫਿਰ ਆਪ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬੇਅੰਤ ਵਧਾਈਆਂ ਹੋਵਣ। ਹੁਣ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹੈ ਔਰ ਸਰਬੱਤ ਸੰਗਤ ਨੇ ਅਰਦਾਸ ਵਿੱਚ ਸ਼ਾਮਲ ਹੋ ਕੇ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਬਾਅਦ ਵਿੱਚ ਜਿਵੇਂ ਕੁਝ ਦਿਨਾਂ ਤੋਂ ਹੋਲੇ ਮਹੱਲੇ ਦੇ ਇਸ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਦੀਵਾਨ ਸਜ ਰਹੇ ਸਨ। ਅੱਜ ਵੀ ਸਾਧ ਸੰਗਤ ਜੀ ਜੋ ਅਖੀਰਲਾ ਦੀਵਾਨ ਸਜੇਗਾ, ਆਪ ਸੰਗਤਾਂ ਨੇ ਗੁਰੂ ਘਰ ਦਾ ਇਤਿਹਾਸ, ਸ਼ਹੀਦਾਂ ਦਾ, ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ, ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਹੈ। ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਪ੍ਰਵਾਨ ਕਰਨੀ ਜੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਧਰਮ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਿਸ਼ ਕਰਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਆਓ ਹੁਣ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਕਾਹੋ ਨਾਨਕ ਤੇਰਾ ਕੁਰਬਾਨ, ਸੰਤ ਓਟ ਪ੍ਰਭ ਤੇਰਾ ਤਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।